ਸਤਿ ਸ਼੍ਰੀ ਅਕਾਲ ਜੀ ਸਾਰੇ ਸਟੂਡੈਂਟਸ ਨੂੰ ਐਂਡ ਵੈਲਕਮ ਹੈ ਤੁਹਾਡਾ ਜੀ ਫੇਰ ਤੋਂ ਇੱਕ ਵਾਰ ਗੈਟ ਇਟ ਡਨ ਐਜੂਕੇਸ਼ਨ ਕੰਸਲਟੈਂਟ ਦੇ YouTube ਚੈਨਲ ਦੇ ਵਿੱਚ। ਐਂਡ ਹਰ ਵਾਰ ਦੀ ਤਰ੍ਹਾਂ ਆਪਾਂ ਕੁਛ ਨਾ ਕੁਛ ਨਵਾਂ ਡਿਸਕਸ ਕਰਦੇ ਹਾਂ। ਇਸ ਵਾਰ ਆਪਾਂ ਡਿਸਕਸ ਕਰਾਂਗੇ ਕੋਨੈਸਟੂਗਾ ਕਾਲਜ ਵੱਲੋਂ ਇੱਕ ਇਹੋ ਜਿਹਾ ਪ੍ਰੋਗਰਾਮ ਜਿਹੜਾ ਕਿ ਕੰਪਿਊਟਰ ਬੈਕਗਰਾਊਂਡ ਵਾਲੇ ਸਟੂਡੈਂਟਸ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ। ਸੋ ਫਸਟਲੀ ਮੈਂ ਤੁਹਾਨੂੰ ਇੱਕ ਵਾਰ ਰਿਕਾਲ ਕਰਵਾਉਣਾ ਚਾਹੁੰਦਾ ਕਿ ਆਪਾਂ ਕੰਪਿਊਟਰ ਬੈਕਗਰਾਊਂਡ ਨੂੰ ਬੈਸਟ ਕੋਰਸਿਸ ਦੇ ਅੰਦਰ ਕਿਉਂ ਗਿਣਦੇ ਹਾਂ। ਤਾਂ ਕੈਨੇਡਾ ਦੇ ਅੰਦਰ ਹਰ ਆਰਗੇਨਾਈਜੇਸ਼ਨ ਦੇ ਅੰਦਰ ਕੰਪਿਊਟਰ ਦੀ ਇੰਪਲੀਮੈਂਟੇਸ਼ਨ ਹੈ, ਜੋ ਕਿ ਇੰਡੀਆ ਦੇ ਵਿੱਚ ਵੀ ਹੈ। ਆਪਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਇਹ ਚੀਜ਼ ਪਤਾ ਹੈ। ਪਰ ਇੱਕ ਇਹੋ ਜਿਹਾ ਬੈਨੀਫਿਟ ਐਸੋਸੀਏਟਡ ਹੈ ਇਸ ਇੰਡਸਟਰੀ ਦੇ ਨਾਲ ਜੋ ਕਿ ਸਿਰਫ ਜੋ ਟੈਕਨੀਕਲ ਬੈਕਗਰਾਊਂਡ ਵਾਲੇ ਸਟੂਡੈਂਟਸ ਹੈ ਜਾਂ ਟੈਕਨੀਕਲ ਇੰਟਰਸਟ ਵਾਲੇ ਸਟੂਡੈਂਟਸ ਹੈ ਉਹਨਾਂ ਨੂੰ ਬੈਨੀਫਿਟ ਕਰਦਾ। ਤਾਂ ਆਪਾਂ ਜਦੋਂ ਵੀ ਕਿਸੇ ਵੀ ਕੰਪਿਊਟਰ ਕੋਰਸ ਦੀ ਗੱਲ ਕਰਦੇ ਹਾਂ, ਕਿਸੇ ਕੰਪਿਊਟਰ ਪ੍ਰੋਗਰਾਮ ਦੀ ਗੱਲ ਕਰਾਂਗੇ, ਆਪਾਂ ਕੰਸੀਡਰ ਕਰਦੇ ਹਾਂ ਉਹ ਸਟੂਡੈਂਟਸ ਜਿਨ੍ਹਾਂ ਨੇ BCA ਕੀਤੀ ਹੈ, ਲਾਈਕ PGDCA ਕੀਤੀ ਹੈ, MSCIT ਕੀਤੀ ਹੈ, BTech ਕੀਤੀ ਹੋਈ ਹੈ ਐਂਡ ਦੇ ਵਾਂਟ ਟੂ ਗੋ ਫॉर ਫਰਦਰ, ਹੈ ਨਾ। ਤਾਂ ਤੁਸੀਂ ਕੋਈ ਅੱਗੇ ਡਿਪਲੋਮਾ ਕੋਰਸ ਲੈ ਲਿਆ ਜਾਂ ਤੁਸੀਂ ਡਿਗਰੀ ਕੋਰਸ ਲੈ ਰਹੇ ਹੋ, ਤਾਂ ਉਹਨਾਂ ਦੇ ਨਾਲ ਬੈਨੀਫਿਟ ਕੀ ਹੈ ਕਿ ਜਦੋਂ ਤੁਸੀਂ ਕੋਰਸਿਸ ਕੰਪਲੀਟ ਕਰਦੇ ਹੋ, ਜੋ ਆਪਣੇ ਪ੍ਰੋਗਰਾਮਸ ਹੈ, ਕੰਪਲੀਟ ਕਰਨ ਤੋਂ ਬਾਅਦ ਤੁਹਾਡੀ ਪਲੇਸਮੈਂਟ ਬਹੁਤ ਈਜ਼ੀ ਹੈ। ਸੈਕਿੰਡਲੀ ਜੋ ਇੰਪਲੀਮੈਂਟੇਸ਼ਨ ਹੈ ਉਹਦੀ ਵਾਈਡ ਰੇਂਜ ਅਵੇਲੇਬਲ ਹੈ। ਤਾਂ ਵਾਈਡ ਰੇਂਜ ਦਾ ਮਤਲਬ ਅਗਰ ਤੁਹਾਡੇ ਕੋਲ ਡੇਟਾਬੇਸ 'ਚ ਇੰਟਰਸਟ ਹੈ ਤਾਂ ਤੁਸੀਂ ਡੇਟਾਬੇਸ ਅਕੋਰਡਿੰਗ ਜੌਬਸ ਕਰ ਸਕਦੇ ਹੋ। ਤੁਸੀਂ IT ਦੇ ਨਾਲ ਥੋੜ੍ਹਾ ਜਿਹਾ ਰਿਲੇਟ ਹੋ ਰਹੇ ਹੋ ਤਾਂ ਡੈਫੀਨੇਟਲੀ ਯੂ ਹੈਵ ਸਮ ਆਪਸ਼ਨਸ ਰਿਲੇਟਡ ਟੂ ਹਾਰਡਵੇਅਰ, you have some options related to networking। ਐਂਡ ਇਹਨਾਂ ਤੋਂ ਇਲਾਵਾ ਜਦੋਂ ਤੁਸੀਂ ਹਾਰਡਵੇਅਰ ਨੈਟਵਰਕਿੰਗ ਦੀ ਆਪਸ਼ਨ ਨੂੰ ਕੰਸੀਡਰ ਕਰਕੇ ਚੱਲਦੇ ਹੋ ਤਾਂ ਸੌਫਟਵੇਅਰ ਦੀ ਆਪਸ਼ਨ ਤਾਂ ਸਦਾ ਬਹਾਰ ਹੈ ਨਾ, ਦੈਟ ਇਜ਼ ਆਲਵੇਜ਼ ਦੇਅਰ। ਤੋ ਵਿਦਾਊਟ ਵੇਸਟਿੰਗ ਮੋਰ ਟਾਈਮ ਵੀ ਵਿਲ ਮੂਵ ਡਾਇਰੈਕਟਲੀ ਟੂ ਦ ਪ੍ਰੋਗਰਾਮ। ਸੋ ਦ ਪ੍ਰੋਗਰਾਮ ਨੇਮ ਇਜ਼ ਵੈਬ ਡਿਵੈਲਪਮੈਂਟ ਐਂਡ ਜੋ ਆਪਾਂ ਡਿਸਕਸ ਕਰ ਰਹੇ ਹਾਂ ਦਿਸ ਇਜ਼ ਫॉर May 2022 ਇਨਟੇਕ। ਸੋ ਅਗੇਨ ਇਟ ਇਜ਼ ਫॉर ਦ ਕਿਚਨਰ ਦੈਟ ਇਜ਼ ਡੂਨ ਕੈਂਪਸ। ਤਾਂ ਕਿਚਨਰ ਦੇ ਅੰਦਰ ਜਿਹੜਾ ਡੂਨ ਕੈਂਪਸ ਹੈ ਉਹ ਕੋਨੈਸਟੂਗਾ ਕਾਲਜ ਦਾ ਸਭ ਤੋਂ ਵੱਡਾ ਐਂਡ ਸਭ ਤੋਂ ਜ਼ਿਆਦਾ ਵਧੀਆ ਕੈਂਪਸ ਗਿਣਿਆ ਜਾਂਦਾ ਹੈ, ਬਿਕੋਜ਼ ਇਟ ਕਮਸ ਨੀਅਰ ਟੂ ਯੋਰ ਬਰੈਂਪਟਨ, ਟੋਰਾਂਟੋ, ਇਹ ਸਾਰੀਆਂ ਚੀਜ਼ਾਂ ਨੇੜੇ ਹੈ ਤੁਹਾਡੇ। ਤਾਂ ਇਹਦੇ ਤੁਹਾਨੂੰ ਬੈਨੀਫਿਟਸ ਉਦੋਂ ਪਤਾ ਲੱਗਣਗੇ ਜਦੋਂ ਤੁਸੀਂ ਉੱਥੇ ਜਾ ਕੇ ਜੁਆਇਨ ਕਰੋਗੇ। ਲਾਈਕ ਅਗਰ ਤੁਸੀਂ ਜੋਬ ਵਗੈਰਾ ਵੀ ਕਰਨੀ ਹੈ ਤਾਂ ਦੈਨ ਯੂ ਹੈਵ ਟੂ ਗੋ ਫॉर ਆਲ ਥੀਸ ਥਿੰਗਸ। ਤਾਂ ਨੇੜੇ ਤੇੜੇ ਦੇ ਅੱਛੇ ਸ਼ਹਿਰਾਂ 'ਚ ਜਾਓਗੇ, ਉੱਥੇ ਤੁਹਾਨੂੰ ਜੋਬ ਮਿਲ ਜਾਏਗੀ ਐਂਡ ਯੂ ਕੈਨ ਕਮ ਲਾਈਕ ਟੂ ਐਂਡ ਫਰੋ। ਬਹੁਤ ਸਟੂਡੈਂਟਸ ਉੱਥੇ ਕੀ ਕਰਦੇ ਆ, ਲਾਈਕ ਕੈਬਸ ਹਾਇਰ ਕਰਦੇ ਆ ਜਾਂ ਕੀ ਕਰਦੇ ਆ, ਦੇ ਕਮ ਆਲ ਟੂਗੈਦਰ, ਇੱਕ ਗੱਡੀ ਲੈ ਲਈ ਵੱਡੀ, ਉਹਨੂੰ ਸ਼ੇਅਰ ਕਰ ਲਿਆ, ਹੈ ਨਾ। ਸੋ ਆਲ ਟੂਗੈਦਰ ਲਾਈਕ 5 ਸਟੂਡੈਂਟਸ ਜਾ ਰਹੇ ਆ ਜੀ ਇੱਕ ਗੱਡੀ ਦੇ ਵਿੱਚ। ਸੋ ਦੈਟ ਬਿਕਮਸ ਵੈਰੀ ਚੀਪ। ਤਾਂ ਉਹ ਆਪਸ਼ਨਸ ਹੈਗੀਆਂ ਕਾਲਜ ਅਟੈਂਡ ਕਰਨ ਲਈ ਈਜ਼ੀ। Okay, now let's move to the program. So web development ਦੇ ਅੰਦਰ ਕੀ ਹੈ, as the name specifies, so you will be developing some of the websites। ਤਾਂ ਕੋਰਸ ਕੋਡ ਹੈ 1536, ਫੁੱਲ ਟਾਈਮ ਕੋਰਸ ਹੈ ਐਂਡ ਇਟ ਇਜ਼ ਫॉर 2 years। ਜਿੰਨੇ ਵੀ ਸਟੂਡੈਂਟਸ ਇੱਥੋਂ ਕੋਰਸ ਲੈਂਦੇ ਹੈ ਇੰਡੀਆ ਤੋਂ, ਤਾਂ ਪ੍ਰੋਗਰਾਮ ਹੈ, ਉਸ ਪ੍ਰੋਗਰਾਮ ਨੂੰ ਮੈਂ ਕਹਿੰਦਾ ਤੁਸੀਂ 2 ਸਾਲ ਦਾ ਮਿਨੀਮਮ ਲੈ ਕੇ ਚੱਲੋ, ਬਿਕੋਜ਼ 2 ਸਾਲ ਤੋਂ ਬਾਅਦ ਤੁਹਾਨੂੰ ਵਰਕ ਵੀਜ਼ਾ ਅੱਛਾ ਖਾਸਾ ਮਿਲ ਜਾਂਦਾ ਐਂਡ ਯੂ ਹੈਵ ਆਪਸ਼ਨਸ। ਸਿਰਫ ਜਿਹੜਾ 1 year ਵਾਲਾ ਪ੍ਰੋਗਰਾਮ ਹੁੰਦਾ ਦੈਟ ਇਜ਼ ਬੈਨੀਫਿਸ਼ੀਅਲ ਜਿਨ੍ਹਾਂ ਨੇ ਸਿਰਫ ਥੋੜ੍ਹੇ ਜਿਹੇ ਆਪਣੇ ਪੁਆਇੰਟਸ ਐਡ ਕਰਕੇ ਫਾਈਨਲੀ ਅੱਗੇ ਜਾ ਕੇ PR ਦੇ ਲਈ ਅਪਲਾਈ ਕਰਨਾ, ਥੋੜ੍ਹੇ ਜਿਹੇ ਬਹੁਤ ਪੁਆਇੰਟ ਘੱਟਦੇ ਹੈ। ਤਾਂ ਪਰ ਸਟੂਡੈਂਟ ਜਿਹੜੇ ਹੈ ਉਹ ਹਮੇਸ਼ਾ 2 ਸਾਲ ਜਾਂ 2 ਸਾਲ ਤੋਂ ਵੱਡਾ ਪ੍ਰੋਗਰਾਮ ਲੈ ਕੇ ਹੀ ਜਾਣ। And this credential comes under Ontario College Graduate Certificate. Okay, so your program coordinator is this Laura Wheeler। ਕਈ ਵਾਰ ਸਟੂਡੈਂਟਸ ਬਾਅਦ ਚੋਂ ਪੁੱਛਦੇ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਜੀ ਪ੍ਰੋਗਰਾਮ ਕੋਆਰਡੀਨੇਟਰ ਕੌਣ ਹੈ, ਤਾਂ ਇਸ ਵੈਬਸਾਈਟ ਦੇ ਵਿੱਚ ਇੱਥੋਂ ਤੁਸੀਂ ਦੇਖ ਸਕਦੇ ਹੋ। ਚਲੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਫੀਸ ਦੀ। ਸੋ ਫੀਸ ਕਮਸ ਟੂ ਬੀ ਅਰਾਊਂਡ ਅ ਟੋਟਲ ਆਫ $9,013। ਤਾਂ ਰਫਲੀ ਅਗਰ ਆਪਾਂ ਇਹਨੂੰ 60 ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇਟ ਬਿਕਮਸ $5,40,780। ਤਾਂ ਇਹ ਇਹਨਾਂ ਦੀ ਆਪਣੇ ਕੋਲ ਫੀਸ ਹੈ ਜਿਹੜੀ ਕਿ ਇੱਕ ਇੰਟਰਨੈਸ਼ਨਲ ਸਟੂਡੈਂਟ ਨੂੰ ਜਿਹੜਾ ਕਿ ਇੰਡੀਆ ਤੋਂ ਜਾ ਰਿਹਾ ਉਹਨੂੰ ਪਏਗੀ। ਕੈਨੇਡੀਅਨ ਸਟੂਡੈਂਟ ਹੁੰਦੇ ਆ ਜਿਹੜੇ ਕਿ ਕੈਨੇਡਾ ਦੇ PR ਹੈ ਜਾਂ ਕੈਨੇਡਾ ਦੇ ਸਿਟੀਜ਼ਨ ਹੈ, ਉਹਨਾਂ ਲਈ ਤਾਂ ਉਹਨਾਂ 'ਤੇ ਉਹ ਐਪਲੀਕੇਬਲ ਹੋਏਗੀ ਫੀਸ, ਆਪਣੇ 'ਤੇ ਨਹੀਂ ਐਪਲੀਕੇਬਲ। ਤਾਂ ਇੱਥੋਂ ਤੁਸੀਂ ਫੀਸ ਡਿਟੇਲਸ ਦੇਖ ਸਕਦੇ ਹੋ, ਇਹਨਾਂ ਨੇ ਬਾਈਫਰਕੇਸ਼ਨਸ ਕਰਕੇ ਦਿਖਾਈਆਂ ਹੋਈਆਂ।
ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪ੍ਰੋਗਰਾਮ ਟਿਊਸ਼ਨ ਫੀਸ ਹੈ, ਦੈਟ ਇਜ਼ 7250। एडमिशन फीस है $25। अगेन कैपिटल डेवलपमेंट फीस है 79.39। CSI ऑल दीज थिंग्स। ई टैक्सट फी होंगी है अगर जो तुसी कोर्सिस करते हो ये अंदर फॉर एग्जाम्पल प्रोग्राम के अंदर 25 कोर्सिस हैं और हरेक कोर्स नूं जदों तुसी सीखना चाह रहे हो तो उन्हां दी अलग अलग बुक प्रोवाइड की जाती है, ऑनलाइन सॉफ्ट कॉपी होंगी है, ई टैक्सट कहते हैं उन्होंने। तो उन्होंने बुक्स की इत्थे फीस तुहाडे तो लीती जाती है, तो तुसी अपने लैपटॉप्स ते डैसकटॉप ते उन्होंने ओपन करके देख सकते हो बुक्स। वन कार्ड, दिस इज़ योर आइडेंटिटी कार्ड। बाकी होल रैंडम फीसिस हैं ना, स्टूडेंट सर्विस, टैक्नोलॉजिकल एनहांसमेंट फीस, कॉलेज वाले कहते हैं कि असीं टाइम टू टाइम अपग्रेड कर रहे हैं तुहाडा इंफ्रास्ट्रक्चर, उहदी भी फीस। सो ऑल टुगैदर इट कम्स टू बी 9,013.39। एंड नाउ विल कम बैक, विल गो टू द एडमिशनस वाला जनरली मेरा काम नहीं है, बट यू कैन जस्ट हैव अ लुक। तो तुहाडे कोले 2 या 3 साल का एक डिप्लोमा या डिग्री होनी चाहिए है कंप्यूटर साइंस दे विच। सो एडमिशन रिक्वायरमेंट्स नूं जदों आपां डिस्कस करते हैं तो इट कम्स टू बी अ 2 और 3 ईयर डिप्लोमा और अ डिग्री इन कंप्यूटर साइंस। सो BTech BCA ये वाले आ गए स्टूडेंट्स, ठीक है जी। सो तुहाडे कोल बैंड रिक्वायरमेंट्स हैं, तो अगर IELTS अटैम्प्ट किया तो यू शुड हैव 6.5 विद नो बैंड लैस दैन 6.0, ठीक है जी। TOEFL भी हैगा एप्लीकेबल, PTE भी हैगा। जनरली स्टूडेंट्स अपने PTE कर जाते हैं, IELTS कर जाते हैं, TOEFL वाल घट जाते हैं। ओके, नाउ विल मूव फरदर। इत्थे कुछ खास नहीं है डिस्कस करने नूं। विल कम स्ट्रेट अवे टू द कोर्सिस, जिहड़ा कि अपना इस वीडियो का मेन मुद्दा है कि आपां कोर्सिस नूं डिटेल च डिस्कस करांगे। तो पहला आपां डिस्कस करते हैं कि ये टोटल किन्ने लैवल्स हैं, है ना। सो नाउ यू कैन क्लीयरली सी दैट वी हैव level 1, level 2, level 3 एंड level 4। जिवें अपने इंडिया 4 समैसटर होंगे 2 साल के प्रोग्राम के अंदर, इत्थे लैवल्स कहे जाते हैं समैसटर्स नूं। तो विल कम टू द फर्स्ट लैवल, कॉनेस्ट होगा 101। दिस इज़ कंपलसरी सब्जैक्ट, सिर्फ 1 घंटे का ही है। ये तुहानूं कॉलेज के बेसिक्स बारे दस्या जाएगा, उत्थे दे करिकुलर सिस्टम बारे, ये वो छोटी मोटी ट्रेनिंग है, सारे स्टूडेंट्स कर सकते हैं, बहुत ईजी है, इस कोई फेल पास नहीं होंदा। तो नैक्सट अपने को जो कोर्स आ रहा है दैट इज़ रिस्पॉन्सिव साइट डिज़ाइन। तो कोर्स कोड इज़ DSGN 8235 एंड ये अंदर आपां नूं की सिखाया जाता है। जो टैक्नीकल बैकग्राउंड का स्टूडेंट है या अगर कोई अवेयर स्टूडेंट है जिन्होंने थोड़ी बहुत वैब डिज़ाइनिंग की नॉलेज है या वैबसाइट्स के बारे पता है किद्दां बनानी है, तो उन्होंने इन्नी चीज़ जरूर क्लीयर होंगी है कि सब तो पहला आपां नूं HTML सीखनी पैंदी है, दैट इज़ हाइपर टेक्स्ट मार्कअप लैंगुएज। और 5 इहदा लेटेस्ट वर्जन है HTML, और नाल तुसीं सीखदे हो CSS कास्केडिंग स्टाइल शीट्स 3 इहदा लेटेस्ट वर्जन है। तो ये 2 तुहानूं ये अंदर सिखाई जांदियां लैंगुएजिस जिहड़ियां कि कंप्यूटर दी लैंगुएजिस है। एंड यू लर्न हाउ टू मेक वैबसाइट्स, ठीक है जी। सिंपल कोड माइक्रोसॉफ्ट वर्ड के अंदर कर लो, जनरली नोटपैड के अंदर ही करते हैं। कई स्मार्ट लोग हैं जिहड़े वो कुछ टूल्स यूज़ कर लेंदे हैं, नोटपैड++ यूज़ कर लेंदे हैं, कोड कर लेंदे हैं, ऐदां दे टूल्स भी आते हैं। उन्होंने नाल थोड़ी कोडिंग ईजी हो जाती है, कुछ कलर कोड जे आ जाते हैं, तो कुछ इंडेंटेशन हो जाती है, ऑटोमैटिक इंडेंटेशन मतलब स्पेसिस दित्तियां जांदियां। सो यू कम टू नो ईजीली कि तुहाडा कोड किद्दां, पर दैट इज़ द एडवांस्ड लैवल, है ना। उधर आपां नहीं जाना। जदों तुसीं एज अ स्टूडेंट इस कोर्स नूं परस्यू करोगे, स्पैशली जिहड़े स्टूडेंट्स नूं बिल्कुल नहीं नॉलेज, वो माइक्रोसॉफ्ट नोटपैड के अंदर ही तुहानूं टीचर करवाएगा। एंड नोटपैड के अंदर तुसीं सीखोगे, बेसिक सीखोगे किद्दां तुसीं टैग्स लगाने हैं, किहड़े टैग्स होंदे हैं, स्ट्रक्चर किहड़ा हुंदा वैबसाइट का, किहड़े टैग नूं स्टार्टिंग टैग बोलते हैं, किहड़े एंडिंग टैग है, किहदी स्टार्टिंग टैग चाहिए, किहदा एंडिंग टैग नहीं चाहिए। सो ऑल टुगैदर ये सारी 2 चीज़ां जिहड़ियां कि HTML5 एंड CSS3 तुहानूं सिखाई जाती है। एंड किसी एक IDE के अंदर ये तुहाडे तो काम करवाया जाएगा, दैट इज़ इंटीग्रेटेड डेवलपमेंट एनवायरनमेंट। सो ऑल दिस थिंग इज़ द बेसिक जो कहने हैं कोर्स। एंड ये 56 आवर्स का कोर्स चलेगा, 4 क्रेडिट्स तुहानूं मिलणगे, प्री रिक्विजिट कोई नहीं। मतलब इनू सीखण तो पहलां तुहानूं कोई भी होर सबजैक्ट किता होना
ਚਾਹੀਦਾ ਜਾਂ ਨਹੀਂ ਚਾਹੀਦਾ, that is not required. तो इस तो बाद आप मूव करते हैं नेक्स्ट ते, दैट इट इज़ द डिजिटल डिज़ाइन एंड यूज़र इंटरैक्शन. सो सब्जैक्ट यानी कोर्स कोड है DSGN 8290. ਇਸ ਦੇ ਅੰਦਰ ਆਪਾਂ ਨੂੰ ਕੀ ਦੱਸਿਆ ਯਾਰ ਹੈ, ਬਿਲਕੁਲ ਬੇਸਿਕ ਹੈ, ਬੜੇ ਧਿਆਨ ਨਾਲ. ਜਿਵੇਂ ਸਬਜੈਕਟ ਨੇਮ ਹੈ ਉਹੀ ਤੁਹਾਨੂੰ ਦੱਸ ਰਿਹਾ, ਡਿਜੀਟਲ ਡਿਜ਼ਾਈਨ ਐਂਡ ਯੂਜ਼ਰ ਇੰਟਰੈਕਸ਼ਨ. ਤਾਂ ਆਪਾਂ ਕੋਈ ਵੈਬਸਾਈਟ ਓਪਨ ਕਰਦੇ ਹਾਂ, ਆਪਾਂ ਯੂਜ਼ਰ ਹਾਂ, ਆਪਾਂ ਉਸ ਵੈਬਸਾਈਟ ਦੇ ਅੰਦਰ ਕੁਝ ਇਨਫੋਰਮੇਸ਼ਨ ਪਾ ਰਹੇ ਹਾਂ ਨਾ, ਕੁਝ ਸਰਚ ਕਰ ਰਹੇ ਹਾਂ, ਕੁਝ ਇਨਫੋਰਮੇਸ਼ਨ ਕੱਢ ਰਹੇ ਹਾਂ. ਸੋ ਵਟ ਯੂ ਆਰ ਡੂਇੰਗ, ਯੂ ਆਰ ਐਕਚੁਅਲੀ ਯੂ ਆਰ ਇੰਟਰੈਕਟਿੰਗ ਵਿਦ ਦ ਡਿਜ਼ਾਈਨ ਆਫ ਦ ਵੈਬਸਾਈਟ. ਤਾਂ ਉਹ ਇੰਟਰੈਕਸ਼ਨ ਕਿਵੇਂ ਕਰਨੀ ਹੈ, ਦੈਟ ਇਜ਼ UI, ਯੂਜ਼ਰ ਇੰਟਰੈਕਸ਼ਨ. ਐਂਡ ਦੂਸਰੀ ਜੋ ਇੰਪੋਰਟੈਂਟ ਚੀਜ਼ ਹੁੰਦੀ ਹੈ ਸਭ ਤੋਂ ਜ਼ਿਆਦਾ, ਦੈਟ ਇਜ਼ ਦ UX, ਯੂਜ਼ਰ ਐਕਸਪੀਰੀਅੰਸ. ਕਿ ਅਗਰ ਇੱਕ ਯੂਜ਼ਰ ਨੂੰ ਯੂਜ਼ ਕਰ ਰਿਹਾ ਹੈ ਤਾਂ ਉਹਨੂੰ ਕਿੰਨਾ ਅੱਛਾ ਐਕਸਪੀਰੀਅੰਸ ਹੋ ਰਿਹਾ, ਕਿੰਨਾ ਉਹਨੂੰ ਈਜ਼ੀ ਲੱਗ ਰਿਹਾ ਹੈ ਨਾ, ਜਾਂ ਡਿਫੀਕਲਟ ਲੱਗ ਰਿਹਾ. ਤੁਸੀਂ ਦੇਖਿਆ ਹੋਣਾ ਅਲੱਗ-ਅਲੱਗ ਮੋਬਾਈਲ ਫੋਨਸ ਵੀ ਆਪਾਂ ਗੱਲ ਕਰੀਏ ਆਪਰੇਟਿੰਗ ਸਿਸਟਮ ਦੀ. ਸੋ ਵੀ ਹੈਵ Apple iOS ਐਂਡ ਵੀ ਹੈਵ ਐਂਡਰੋਇਡ ਅਤੇ ਐਪਲ ਦਾ ਦੋਨਾਂ ਦਾ ਇੰਟਰੈਕਸ਼ਨ ਸਿਸਟਮ ਅਲੱਗ-ਅਲੱਗ ਹੈ. ਕਿਸੇ ਦਾ ਕੀਪੈਡ ਕਿੱਦਾਂ ਖੁੱਲ੍ਹਦਾ, ਕਿਸੇ ਦੀ ਸੈਟਿੰਗਸ ਕਿੱਦਾਂ ਓਪਨ ਹੋ ਰਹੀਆਂ, ਕਿਸੇ ਦੇ ਅੰਦਰ ਬੈਕ ਬਟਨ ਕਿਤੇ ਹੋਰ ਜਗ੍ਹਾ 'ਤੇ. ਤਾਂ ਤੁਹਾਨੂੰ ਕਿਹੜਾ ਬੈਟਰ ਲੱਗ ਰਿਹਾ, ਕਿਹੜਾ ਈਜ਼ੀ ਟੂ ਯੂਜ਼ ਲੱਗ ਰਿਹਾ. ਇੱਦਾਂ ਹੁਣ ਆਪਾਂ ਅੱਗੇ ਕੀ ਕਰਦੇ ਹਾਂ, ਵੀ ਹੈਵ ਡਿਫਰੈਂਟ ਟਾਈਪ ਆਫ ਐਪਲੀਕੇਸ਼ਨਸ. ਤਾਂ ਐਪਲੀਕੇਸ਼ਨਸ ਹੈ ਵੈਬਸਾਈਟ ਦੇ ਅੰਦਰ ਵੀ ਤੁਸੀਂ ਦੇਖਿਆ ਹੋਣਾ, ਕਿਸੇ ਦਾ ਮੈਨਿਊ ਬਾਰ ਉੱਪਰ ਲੱਗਿਆ, ਕਿਸੇ ਦਾ ਮੈਨਿਊ ਬਾਰ ਲੈਫਟ ਸਾਈਡ 'ਤੇ ਲੱਗਿਆ, ਕਿਸੇ ਦਾ ਰਾਈਟ ਸਾਈਡ 'ਤੇ ਲੱਗਿਆ, ਕਿਸੇ ਦਾ ਫਲੋਟਿੰਗ ਹੈ, ਕਿਸੇ ਦਾ ਹਾਈਡ ਹੋ ਰਿਹਾ, ਆਟੋਮੈਟਿਕ ਹੈ. ਤਾਂ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਬੈਨੀਫਿਟ ਦਿੰਦੀਆਂ ਕਿ ਤੁਸੀਂ ਕਿਸੇ ਇੰਟਰਫੇਸ ਨੂੰ ਕਿੰਨਾ ਜ਼ਿਆਦਾ ਬੈਟਰ ਬਣਾ ਸਕਦੇ ਹੋ, ਕਿੰਨੀ ਯੂਜ਼ੇਬਿਲਿਟੀ ਵਧਾ ਸਕਦੇ ਹੋ. ਸੋ ਇਹ ਚੀਜ਼ ਤੁਹਾਨੂੰ ਸਿਖਾਈ ਜਾਏਗੀ ਇਹਦੇ ਅੰਦਰ. ਤਾਂ ਜਨਰਲੀ ਇਹਦੇ ਵਿੱਚ ਜਾਵਾ ਸਕ੍ਰਿਪਟ ਦੇ ਬੇਸਿਕਸ ਹੋ ਜਾਂਦੇ. ਜਾਵਾ ਸਕ੍ਰਿਪਟ ਦੇ ਵਿੱਚ ਛੋਟੀ ਮੋਟੀ ਕਹਿ ਦਿੰਦੇ, ਜਿਵੇਂ ਫਲਾਈ ਹੋ ਕੇ ਆ ਰਿਹਾ ਜੀ ਮੈਨਿਊ ਬਾਰ, ਦੈਨ ਫਲਾਈ ਹੋ ਕੇ ਪਿੱਛੇ ਜਾ ਰਿਹਾ ਹੈ, ਜਾਂ ਤੁਸੀਂ ਪੇਜ ਓਪਨ ਕਰਦੇ ਹੋ ਲੋਡ 'ਤੇ ਕੀ ਆ ਰਿਹਾ, ਪੇਜ ਲੋਡ 'ਤੇ, ਇੱਦਾਂ ਦੀਆਂ ਚੀਜ਼ਾਂ ਆ ਜਾਂਦੀਆਂ. ਤਾਂ ਯੂਜ਼ਰ ਇੰਟਰਫੇਸ ਦੇ ਤੁਸੀਂ ਡਿਜ਼ਾਈਨਸ ਬਣਾਉਂਦੇ ਹੋ, ਵੀ ਕਾਲ ਦੈਮ ਪ੍ਰੋਟੋਟਾਈਪਸ. ਤਾਂ ਇਹ ਚੀਜ਼ਾਂ ਆ ਗਿਆ. ਨੈਕਸਟ ਇਸ ਤੋਂ ਬਾਅਦ ਜੋ ਹੈ ਤੁਹਾਡਾ ਪ੍ਰੋਗਰਾਮ, ਦੈਟ ਇਜ਼ ਡੇਟਾਬੇਸ ਡਿਜ਼ਾਈਨ. ਤੁਸੀਂ ਵੈਬਸਾਈਟ ਬਣਾਉਣੀ ਹੈ, ਵੈਬਸਾਈਟ ਦੇ ਉੱਤੇ ਜੋ ਨਜ਼ਰ ਆ ਰਿਹਾ ਦੈਟ ਇਜ਼ ਦਾ ਫਰੰਟ ਐਂਡ, ਅਤੇ ਇੱਕ ਹੁੰਦਾ ਵੈਬਸਾਈਟ ਦਾ ਬੈਕ ਐਂਡ, ਪਿਛਲਾ ਸਾਈਡ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਡੇਟਾਬੇਸ, ਜੋ ਡੇਟਾ ਤੁਸੀਂ ਕਲਿੱਕ ਕਰਕੇ ਡਾਊਨਲੋਡ ਕਰ ਰਹੇ ਹੋ ਜਾਂ ਅਪਲੋਡ ਕਰ ਰਹੇ ਹੋ, ਕਿੱਥੇ ਜਾ ਰਿਹਾ, ਤਾਂ ਉਹ ਜਾ ਕੇ ਡੇਟਾਬੇਸ ਦੇ ਅੰਦਰ ਸਟੋਰ ਹੋਏਗਾ. ਤਾਂ ਡੇਟਾਬੇਸ ਨੂੰ ਡਿਜ਼ਾਈਨ ਕਰਨ ਲਈ ਇੱਕ ਹੋਰ ਤੁਹਾਡੇ ਕੋਲ SQL ਆਉਂਦੀ ਹੈ, ਦੈਟ ਇਜ਼ ਦਾ ਸਟਰਕਚਰਡ ਕੁਐਰੀ ਲੈਂਗੁਏਜ, ਉਹ ਸਿਖਾਈ ਜਾਏਗੀ. ਤਾਂ ਵਨ ਆਫ ਦਾ ਪੋਪੂਲਰ ਸਟਰਕਚਰਡ ਕੁਐਰੀ ਲੈਂਗੁਏਜਿਸ ਲਾਈਕ MySQL ਹੈ, SQL ਸਰਵਰ ਹੋ ਗਿਆ, SQL ਸਰਵਰ ਹੋ ਗਿਆ. ਤਾਂ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਇੱਕ SQL ਸਿਖਾਇਆ ਜਾਏਗਾ, ਜਿਹੜਾ ਕਿ ਤੁਹਾਨੂੰ ਬੇਸਿਕਸ ਦੱਸੇਗਾ, ਹੈ ਨਾ, ਲਾਈਕ ਹਾਊ ਟੂ ਕ੍ਰੀਏਟ, ਮੰਨ ਲਓ ਇੱਕ ਟੇਬਲ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਅਗਰ RDBMS ਦੀ ਗੱਲ ਕਰੀਏ, ਰਿਲੇਸ਼ਨਲ ਡੇਟਾਬੇਸ ਮੈਨੇਜਮੈਂਟ ਸਿਸਟਮ, ਤਾਂ ਉਹਦੇ ਅੰਦਰ ਸਾਰੀ ਇਨਫੋਰਮੇਸ਼ਨ ਟੇਬਲਸ ਦੀ ਫੋਰਮ 'ਚ ਸੇਵ ਹੁੰਦੀ ਹੈ. ਐਂਡ ਟੇਬਲਸ 'ਚੋਂ ਜਦੋਂ ਤੁਸੀਂ ਇਨਫੋਰਮੇਸ਼ਨ ਕੱਢਣੀ ਹੈ, ਯੂ ਰਨ ਸਮ ਕੁਐਰੀਜ਼. ਤਾਂ ਇਸ ਚੀਜ਼ ਨੂੰ ਕਰਨ ਲਈ ਜਿਹੜੀ ਕੁਐਰੀਜ਼ ਹੁੰਦੀਆਂ ਡਿਫਰੈਂਟ ਟਾਈਪ ਦੀਆਂ, ਲਾਈਕ ਯੂ ਹੈਵ ਅ ਕ੍ਰੀਏਟ ਕੁਐਰੀ, ਯੂ ਹੈਵ ਅ ਰੀਡ ਕੁਐਰੀ, ਅਪਡੇਟ, ਡਿਲੀਟ, ਇਹ ਸਾਰੇ ਆਪਰੇਸ਼ਨਸ ਹੈ. ਇਹਨਾਂ ਨੂੰ ਤੁਸੀਂ ਪਰਫੋਰਮ ਕਰਨਾ ਹੁੰਦਾ. ਐਂਡ ਉਹ ਕੁਐਰੀਜ਼ ਲਗਾ ਕੇ ਤੁਸੀਂ ਫਾਈਨਲੀ ਕੀ ਕਰਦੇ ਹੋ, ਅੱਗੇ ਤੁਸੀਂ ਫਰੰਟ ਐਂਡ ਨਾਲ ਉਹਨੂੰ ਰਿਲੇਟ ਕਰ ਦਿੰਦੇ ਹੋ. ਮੰਨ ਲਓ ਮੈਂ ਫਰੰਟ ਐਂਡ 'ਤੇ ਇੱਕ ਬਟਨ ਦੱਬਿਆ, ਕਿ ਉਸ ਬਟਨ ਦਾ ਮਤਲਬ ਕੀ ਸੀਗਾ ਕਿ ਮੇਰੇ ਕੋਲ ਇੱਕ ਰਿਕਾਰਡ ਹੈ, ਉਸ ਰਿਕਾਰਡ ਦੇ ਵਿੱਚ 20 ਸਟੂਡੈਂਟਸ ਦੇ 4 ਸਬਜੈਕਟ ਦਾ ਹਰੇਕ ਦੇ ਨੰਬਰ ਲਿਖੇ ਹੋਏ ਹੈ. ਸੋ ਆਈ ਵਾਂਟ ਟੂ ਸੀ ਟੌਪ 5 ਪਰਫਾਰਮਰਸ ਆਫ ਦ ਕਲਾਸ. ਤਾਂ ਮੈਂ ਇੱਕ ਬਟਨ 'ਤੇ ਲਿਖ ਦੂੰਗਾ ਟੌਪ 5 ਪਰਫਾਰਮਰ, ਪਰ ਉਸ ਬਟਨ ਨੂੰ ਜਦੋਂ ਮੈਂ ਕਲਿੱਕ ਕਰੂੰਗਾ ਬੈਕ ਐਂਡ 'ਤੇ ਇੱਕ ਕੁਐਰੀ ਰਨ ਕਰੇਗਾ. ਉਹ ਕੁਐਰੀ ਐਕਚੁਅਲੀ 'ਚ ਕੀ ਕਰੇਗੀ, ਉਸ ਡੇਟਾਬੇਸ ਦੇ ਵਿੱਚ ਐਗਜ਼ੀਕਿਊਟ ਕਰੇਗੀ ਔਰ ਟੌਪ 5 ਪਹਿਲਾਂ ਤਾਂ ਉਹਨੂੰ ਅਰੇਂਜ ਕਰ ਲਏਗੀ, ਠੀਕ ਹੈ ਜੀ, ਮਾਰਕਸ ਵਾਈਜ਼, ਮੈਕਸਿਮਮ, ਅਤੇ ਉਸ ਟੇਬਲ ਦੇ ਵਿੱਚੋਂ ਫਿਰ ਜਿਹੜੀਆਂ ਟੌਪ 5 ਵੈਲਿਊਜ਼ ਹੋਣਗੀਆਂ ਉਹਨੂੰ ਚੱਕ ਕੇ ਲਿਆ ਕੇ ਵੈਬਸਾਈਟ 'ਤੇ ਸ਼ੋਅ ਕਰ ਦੇਗੀ. ਸੋ ਦਿਸ ਇਜ਼ ਦ ਵਰਕ ਆਫ ਇਹ ਸਬਜੈਕਟ ਨੂੰ ਸਮਝਾਉਣ ਲਈ ਜਾਂ ਤੁਹਾਨੂੰ ਕਰਾਉਣ ਲਈ ਇਸ ਕੋਰਸ ਦੇ ਅੰਦਰ ਇਹ ਪਰਪਸ ਹੈ ਇਹਦਾ. ਨਾਓ ਵੀ ਵਿਲ ਮੂਵ ਟੂ ਦ ਨੈਕਸਟ ਵਨ. ਦਿਸ ਇਜ਼ ਰਿਕੁਆਇਰਮੈਂਟਸ ਡਿਵੈਲਪਮੈਂਟ. ਤਾਂ ਰਿਕੁਆਇਰਮੈਂਟ ਡਿਵੈਲਪਮੈਂਟ ਬਹੁਤ ਹੀ ਇੰਪੋਰਟੈਂਟ ਹੈ ਬੜੇ ਲੈਵਲ 'ਤੇ. ਅਗਰ ਕੈਨੇਡਾ 'ਚ ਤੁਸੀਂ ਸਿੱਖ ਰਹੇ ਹੋ, ਬਹੁਤ ਵਧੀਆ ਇੰਪਲੀਮੈਂਟੇਸ਼ਨ ਹੈ, ਬਿਕੋਜ਼ ਯੂ ਹੈਵ ਟੂ ਬੀ ਵਿਦ ਦ ਕਲਾਇੰਟ ਦੇ ਕੋਲੇ ਤੁਸੀਂ ਜਾਣਾ ਹੈ, ਉਹਦੇ ਕੋਲੋਂ ਟੈਕਨੀਕਲ ਅਤੇ ਨੋਨ ਟੈਕਨੀਕਲ ਰਿਕੁਆਇਰਮੈਂਟਸ ਲੈਣੀ ਹੈ. ਜਿਵੇਂ ਬੰਦਾ ਕਹਿੰਦਾ ਕਿ ਮੇਰੇ ਇੱਕ ਰਿਕੁਆਇਰਮੈਂਟ ਹੈ ਦੈਟ ਮੇਰੇ ਜੋ ਵੀ ਵੈਬਸਾਈਟ ਦੇ ਉੱਤੇ ਜੋ ਕੰਮ ਹੋ ਰਿਹਾ ਪਰਸਨ ਉਹਦੀ ਰਿਪੋਰਟ ਪ੍ਰਿੰਟ ਕਰ ਸਕੇ, ਤਾਂ ਇਹਦੀ ਇਹ ਇੱਕ ਨੋਨ ਟੈਕਨੀਕਲ ਰਿਕੁਆਇਰਮੈਂਟ ਹੋ ਗਈ, ਹੈ ਨਾ. ਤਾਂ ਅਗਲਾ ਕਹਿ ਦਿੰਦਾ ਜੀ ਹਾਂ ਮੇਰੇ ਜਿਹੜਾ ਵੈਬਸਾਈਟ ਹੈ ਉਸ ਵੈਬਸਾਈਟ ਦੇ ਉੱਤੇ ਬੰਦਾ
ਕੁਛ ਇੱਦਾਂ ਦਾ ਕੰਮ ਕਰ ਸਕੀਏ। ਫੋਰ ਐਗਜ਼ਾਮਪਲ ਉਹ ਕਹਿ ਰਿਹਾ ਕਿ ਇੱਕ ਇਨਫੋਰਮੇਸ਼ਨ ਜਦੋਂ ਇੱਕ ਜਗ੍ਹਾ ਤੋਂ ਐਡ ਕਰੇ ਤਾਂ ਉਹ ਇਨਫੋਰਮੇਸ਼ਨ ਦੂਸਰੀ ਜਗ੍ਹਾ 'ਤੇ ਵੀ ਸ਼ੋ ਹੋ ਜਾਏ। ਫੋਰ ਐਗਜ਼ਾਮਪਲ ਇੱਕ ਸਟੂਡੈਂਟ ਹੈ, ਉਹਨੇ ਆਪਣੇ ਲਾਇਬ੍ਰੇਰੀ ਫੀਸ ਸਬਮਿਟ ਕਰਵਾਤੀ, ਤਾਂ ਉਹ ਅਕਾਊਂਟਸ ਡਿਪਾਰਟਮੈਂਟ ਦੇ ਵਿੱਚ ਜਦੋਂ ਸਬਮਿਟ ਕਰਵਾਏਗਾ ਲਾਇਬ੍ਰੇਰੀ ਫੀਸ, ਤਾਂ ਉਹਦੇ ਲਾਇਬ੍ਰੇਰੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਡਿਊਜ਼ ਆ ਉਹ ਕਲੀਅਰ ਦਿਖਾਣ। ਸੋ ਦਿਸ ਇਜ਼ ਅ ਕਾਈਂਡ ਆਫ ਅ ਕਨੈਕਟੀਵਿਟੀ ਵਿਚ ਇਜ਼ ਟੈਕਨੀਕਲ ਇਨ ਨੇਚਰ। ਤਾਂ ਇੱਦਾਂ ਦੀਆਂ ਚੀਜ਼ਾਂ, ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਉਹ ਚੀਜ਼ ਨਹੀਂ ਚਾਹੀਦੀ। ਸੋ ਦੀਜ਼ ਆਲ ਆਰ ਬੇਸਿਕ ਰਿਕੁਆਇਰਮੈਂਟਸ। ਤਾਂ ਰਿਕੁਆਇਰਮੈਂਟਸ ਆਪਾਂ ਲੈਣੀ ਹੈ ਐਂਡ ਇਹਦੇ ਵਿੱਚ ਆਪਾਂ ਮੀਟ ਕਰਦੇ ਹਾਂ, ਵੀ ਮੀਟ ਅ ਨੰਬਰ ਆਫ ਸਟੇਕ ਹੋਲਡਰਸ ਹੁੰਦੇ ਹਿੱਸੇਦਾਰ। ਤਾਂ ਇੱਕ ਬੰਦੇ ਨੇ ਪੈਸਾ ਲਾਤਾ, ਸੋ ਦੈਟ ਇਜ਼ ਅ ਸਟੇਕ ਹੋਲਡਰ। ਇੱਕ ਬੰਦੇ ਨੇ ਕੁਛ ਆਪਣੀ ਇੱਕ ਟੀਮ ਪ੍ਰੋਵਾਈਡ ਕਰਤੀ ਟੈਸਟਿੰਗ ਕਰਨ ਲਈ, ਦੈਟ ਇਜ਼ ਆਲਸੋ ਸਟੇਕ ਹੋਲਡਰ। ਇੱਕ ਮੈਨੇਜਰ ਹੈ ਜਿਹੜਾ ਪ੍ਰੋਜੈਕਟ ਨੂੰ ਡੀਲ ਕਰ ਰਿਹਾ, ਉਹ ਵੀ ਇੱਕ ਸਟੇਕ ਹੋਲਡਰ ਹੈ। ਇੰਟਰਨਲ ਸਟੇਕ ਹੋਲਡਰ ਹੁੰਦੇ ਆ, ਐਕਸਟਰਨਲ ਸਟੇਕ ਹੋਲਡਰਸ ਹੁੰਦੇ ਆ। ਹਰੇਕ ਦੀਆਂ ਰਿਕੁਆਇਰਮੈਂਟਸ ਅਲੱਗ ਹੈ, ਤਾਂ ਯੂ ਹੈਵ ਟੂ ਫਿਗਰ ਇਟ ਆਊਟ ਕਿ ਕਿਹਦਾ ਕਿਵੇਂ ਕੰਮ ਕਿਵੇਂ ਹੋਣਾ ਚਾਹੀਦਾ। ਸੋ ਦਿਸ ਕੋਰਸ ਇਜ਼ ਫॉर 28 ਆਵਰਸ ਐਂਡ ਇਟ ਗਿਵਸ ਯੂ 2 ਕ੍ਰੈਡਿਟਸ, ਨੋ ਪ੍ਰੀ ਰਿਕੁਇਜ਼ਿਟਸ, ਤੁਸੀਂ ਕਰ ਸਕਦੇ ਹੋ, ਈਜ਼ੀ ਹੈ। ਜਿਹੜੇ ਸਟੂਡੈਂਟਸ ਨੂੰ ਟੈਕਨੀਕਲ ਦੇ ਵਿੱਚ ਬਹੁਤ ਇੰਟਰਸਟ ਹੈ ਉਹਨਾਂ ਲਈ ਜੰਨਤ ਹੈ, ਇਹ ਚੀਜ਼ਾਂ ਸਾਰੀਆਂ ਸਿੱਖਣਗੇ, ਬਹੁਤ ਇੰਜੋਏ ਕਰਨਗੇ। ਪਰਸਨਲੀ ਮੈਂ ਵੀ ਲਾਈਕ ਟੈਕਨੀਕਲ ਬੈਕਗਰਾਊਂਡ ਤੋਂ ਬਿਲੋਂਗ ਕਰਦਾ, ਸੋ ਆਈ ਨੋ ਆਲ ਦਿਸ ਥਿੰਗਸ, ਦੀਜ਼ ਆਰ ਇਨ ਯੋਰ ਲਾਈਕ ਬਲੱਡ। ਚਲੋ ਜੀ, ਨੈਕਸਟ ਆਪਾਂ ਦੇਖਦੇ ਹਾਂ, ਵੀ ਕਮ ਟੂ ਦ ਪ੍ਰੋਜੈਕਟ ਮੈਨੇਜਮੈਂਟ। ਤਾਂ ਪ੍ਰੋਜੈਕਟ ਮੈਨੇਜਮੈਂਟ ਦੇ ਅੰਦਰ ਕੀ ਹੈ? ਫੋਰ ਐਗਜ਼ਾਮਪਲ ਇੱਕ ਕਲਾਇੰਟ ਆਇਆ, ਉਹਨੇ ਵੈਬਸਾਈਟ ਬਣਵਾਉਣੀ ਹੈ, ਸੋ ਦੈਟ ਇਜ਼ ਕੰਸੀਡਰਡ ਐਜ਼ ਅ ਪ੍ਰੋਜੈਕਟ। ਹੁਣ ਇਸ ਨੂੰ ਮੈਨੇਜ ਕਰਨਾ ਹੈ ਕਿ ਉਹ ਕਹਿ ਰਿਹਾ ਕਿ ਮੈਨੂੰ ਕਿਹੜਾ ਪਾਰਟ ਕਦੋਂ ਚਾਹੀਦਾ ਹੈ, ਕੀ ਚੀਜ਼ ਚਾਹੀਦੀ ਹੈ, ਕਿਹੜੇ ਮੈਥਡਸ ਯੂਜ਼ ਕਰਨੇ ਹੈ, ਕਿਹੜੇ ਰਿਕੁਆਇਰਮੈਂਟਸ ਕੰਪਲੀਟ ਕਰਨੀ ਹੈ। ਤਾਂ ਉਹ ਸਾਰੇ ਨੂੰ ਮੈਨੇਜ ਕਰਨਾ ਹੈ ਕਿ ਕਿਹੜੇ ਬੰਦੇ ਤੋਂ ਕਦੋਂ ਕੋਡਿੰਗ ਕਰਾਉਣੀ ਹੈ, ਕਦੋਂ ਟੈਸਟਿੰਗ ਕਰਾਉਣੀ ਹੈ, ਕਦੋਂ ਇਹਦੀ ਡੀਬਗਿੰਗ ਕਰਨੀ ਹੈ। ਤਾਂ ਉਹ ਸਾਰੇ ਨੂੰ ਕਰਨ ਲਈ ਤੁਹਾਡੇ ਕੋਲ ਇੱਕ ਪ੍ਰੋਜੈਕਟ ਮੈਨੇਜਮੈਂਟ ਟੂਲ ਹੋਏਗਾ, ਉਸ ਦੇ ਅੰਦਰ ਤੁਸੀਂ ਇਸ ਕੰਮ ਨੂੰ ਕਰਨਾ। ਵੀ ਫੋਲੋ ਸਮ ਮੈਥਡਸ ਲਾਈਕ ਵੀ ਹੈਵ, ਜਿਹੜਾ ਸਭ ਤੋਂ ਜ਼ਿਆਦਾ ਪੋਪੂਲਰ ਚੱਲਦਾ ਹੈ ਨਾ, ਦੈਟ ਇਜ਼ ਐਜਾਈਲ ਪ੍ਰੋਜੈਕਟ ਮੈਨੇਜਮੈਂਟ। ਤੁਸੀਂ ਜਨਰਲੀ ਅੱਜ ਕੱਲ੍ਹ ਅਗਰ ਕਿਤੇ ਵੀ ਦੇਖੋਗੇ ਤਾਂ ਐਜਾਈਲ ਬਹੁਤ ਕਾਮਨ ਹੈ ਨਾ। ਅਦਰਵਾਈਜ਼ ਵੀ ਹੈਵ ਵਾਟਰਫਾਲ ਮਾਡਲ, ਪ੍ਰੋਟੋਟਾਈਪ ਮਾਡਲ, ਸਪਾਇਰਲ ਮਾਡਲ, ਇਹ ਥਿਓਰੈਟੀਕਲ ਹੋਣਗੇ, ਤੁਹਾਨੂੰ ਤੁਸੀਂ ਪੜ੍ਹੇ ਹੀ ਹੋਣੇ। ਐਜਾਈਲ ਦੀ ਇੰਪਲੀਮੈਂਟੇਸ਼ਨ ਜ਼ਿਆਦਾ ਹੁੰਦੀ ਹੈ। ਸੋ ਆਲ ਟੂਗੈਦਰ ਇੱਥੇ ਤੁਸੀਂ ਕੀ ਕਰੋਗੇ, ਇਹਦੀ ਇੰਪਲੀਮੈਂਟੇਸ਼ਨ ਕਰੋਗੇ। ਸੋ ਇਹ ਸਬਜੈਕਟ ਤੁਹਾਨੂੰ ਇਹ ਦੱਸੇਗਾ ਕਿ ਪ੍ਰੋਜੈਕਟ ਨੂੰ ਟਾਈਮ 'ਤੇ ਕਿਵੇਂ ਡਿਲੀਵਰ ਕਰਨਾ। ਬਿਕੋਜ਼ ਸੌਫਟਵੇਅਰ ਇੰਡਸਟਰੀ ਦੇ ਅੰਦਰ ਸਭ ਤੋਂ ਵੱਡਾ ਰੌਲਾ ਇਹੀ ਹੈ ਕਿ ਪ੍ਰੋਜੈਕਟਸ ਜਿਹੜੇ ਹੈ ਉਹ ਹਮੇਸ਼ਾ ਡੈਡਲਾਈਨ ਨੂੰ ਮੀਟ ਨਹੀਂ ਕਰਦੇ, ਇਲੋਂਗੇਟ ਹੋ ਜਾਂਦੇ ਬਹੁਤ ਜ਼ਿਆਦਾ। ਅਗਲੇ ਨੇ ਕਿਹਾ ਸੀ 6 ਮਹੀਨੇ 'ਚ ਦੇ ਦੂੰਗਾ ਜੀ, ਉਹ 14 ਮਹੀਨਿਆਂ 'ਚ ਦੇ ਰਿਹਾ ਤੁਹਾਨੂੰ। ਦੈਨ ਵਾਟ ਇਜ਼ ਦ ਯੂਜ਼? 14 ਮਹੀਨੇ ਬਾਅਦ ਅਗਲਾ ਕਹਿੰਦਾ ਮੈਨੂੰ ਇਹਦੀ ਲੋੜ ਹੀ ਨਹੀਂ, ਟੈਕਨੋਲੋਜੀ ਬਦਲ ਗਈ, ਸੋ ਐਂਡ ਸੋ, ਮੈਨੂੰ ਨਵੇਂ ਫੀਚਰਸ ਚਾਹੀਦੇ। ਤਾਂ ਇਸ ਚੀਜ਼ ਲਈ ਇਹ ਸਬਜੈਕਟ ਬਹੁਤ ਇੰਪੋਰਟੈਂਟ ਹੈ। ਆਲ ਟੂਗੈਦਰ ਇਟ ਗਿਵਸ ਯੂ ਲਾਈਕ ਇਨ 56 ਆਵਰਸ 4 ਕ੍ਰੈਡਿਟ ਮਿਲਣਗੇ, ਪ੍ਰੀ ਰਿਕੁਇਜ਼ਿਟ ਕੋਈ ਨਹੀਂ ਹੈ। ਐਂਡ ਦੈਨ ਵੀ ਕਮ ਟੂ ਦ ਜਾਵਾਸਕ੍ਰਿਪਟ ਪ੍ਰੋਗਰਾਮਿੰਗ। ਤਾਂ ਜਿਵੇਂ ਆਪਾਂ ਪਹਿਲਾਂ ਕਿਹਾ ਸੀ HTML CSS ਕਰਾਂਗੇ ਅਗਰ ਉਹਨੂੰ ਥੋੜ੍ਹਾ ਜਿਹਾ ਰਿਸਪੋਂਸਿਵ ਬਣਾਉਣਾ। ਆਲਦੋ ਵੀ ਹੈਵ ਲੋਟ ਆਫ ਥਿੰਗਸ ਇਨ HTML ਐਂਡ CSS, ਪਰ ਆਪਾਂ ਕੀ ਕਰਾਂਗੇ ਜਦੋਂ ਆਪਾਂ ਕਲਾਇੰਟ ਸਾਈਡ ਪ੍ਰੋਗਰਾਮਿੰਗ ਕਰਦੇ ਹਾਂ ਤਾਂ ਜਾਵਾਸਕ੍ਰਿਪਟ ਇੱਕ ਮੇਜਰ ਰੋਲ ਪਲੇ ਕਰਦਾ। ਕੁਛ ਅਜਿਹੇ ਜਿਹੇ ਫੰਕਸ਼ਨਸ ਹੁੰਦੇ ਹੈ, ਕੁਛ ਐਨੀਮੇਸ਼ਨਸ ਹੈ ਜਾਂ ਕੁਛ ਸਟਾਈਲਿੰਗ ਇੱਦਾਂ ਦੀ ਹੈ ਜੋ ਤੁਹਾਨੂੰ ਜਾਵਾਸਕ੍ਰਿਪਟ ਦੇ ਅੰਦਰ ਮਿਲੇਗਾ। ਵਨਸ ਯੂ ਨੋ HTML ਐਂਡ CSS, ਉਸ ਤੋਂ ਬਾਅਦ ਤੁਹਾਡੇ ਲਈ ਜਾਵਾਸਕ੍ਰਿਪਟ ਨੂੰ ਜਦੋਂ ਤੁਸੀਂ ਕਰੋਗੇ ਯੂ ਵਿਲ ਸਟਾਰਟ ਇੰਜੋਇੰਗ ਦਿਸ ਥਿੰਗ ਕਿ ਹਾਂਜੀ ਆਹ ਚੀਜ਼ ਵੀ, ਆਹ ਚੀਜ਼ ਵੀ। ਫਿਰ ਤੁਹਾਨੂੰ ਸਮਝ ਆਏਗਾ ਕਿ ਕਿਸੇ ਵੈਬਸਾਈਟ 'ਤੇ ਤੁਸੀਂ ਕੋਈ ਫੀਚਰ ਦੇਖਿਆ ਸੀ ਕਿ ਉਹ ਤਾਂ ਜੀ ਇੱਦਾਂ ਹੋ ਰਿਹਾ ਸੀ, ਲਾਈਕ ਦੈਟ ਇਜ਼ ਡਨ ਵਿਦ ਦੀ ਹੈਲਪ ਆਫ ਜਾਵਾਸਕ੍ਰਿਪਟ ਪ੍ਰੋਗਰਾਮਿੰਗ। 56 ਆਵਰਸ 4 ਕ੍ਰੈਡਿਟਸ ਐਂਡ ਪ੍ਰੀ ਰਿਕੁਇਜ਼ਿਟਸ ਅਗੇਨ 0, ਹੋਰ ਰਿਕੁਇਜ਼ਿਟ ਵੀ ਕੁਛ ਨਹੀਂ ਹੈਗਾ, ਬੇਸਿਕ ਹੈ, ਸਿੱਖ ਸਕਦੇ ਹੋ, ਈਜ਼ੀਲੀ ਆ ਜਾਏਗਾ। ਨੈਕਸਟ ਇਜ਼ ਲੈਵਲ 2। ਹੁਣ ਤੁਹਾਡਾ ਸਮੈਸਟਰ ਚੇਂਜ ਹੋ ਜਾਣਾ। ਦੈਨ ਯੂ ਕਮ ਟੂ ਐਡਵਾਂਸਡ ਡੇਟਾਬੇਸ ਡਿਜ਼ਾਈਨ। ਐਡਵਾਂਸਡ ਡੇਟਾਬੇਸ ਡਿਜ਼ਾਈਨ ਦੇ ਅੰਦਰ ਤੁਹਾਡੇ ਕੋਲ ਕੁਛ ਨਵੀਆਂ ਚੀਜ਼ਾਂ ਆ ਜਾਣੀਆਂ, ਜਿਵੇਂ ਕਿ ਟ੍ਰਿਗਰਸ ਕਿਵੇਂ ਦਾ ਯੂਜ਼ ਕਰਨੇ ਆ, ਟ੍ਰਾਂਜੈਕਸ਼ਨ ਫੰਕਸ਼ਨਸ ਕਿਵੇਂ ਕਰਨੀਆਂ, ਰੋਲ ਬੈਕ, ਕਮਿਟ, ਗ੍ਰਾਂਟ, ਇਹ ਉਹ ਹੈ ਨਾ, ਪ੍ਰੋਸੀਜਰਸ ਕਿਵੇਂ ਕਰਨੇ। ਦੈਨ ਵੀ ਕਮ ਅਕ੍ਰੋਸ ਇੰਟੈਗ੍ਰਿਟੀ ਕੰਸਟ੍ਰੇਂਟਸ। ਤਾਂ ਇੰਟੈਗ੍ਰਿਟੀ ਦਾ ਮਤਲਬ ਕਹਿੰਦਾ ਡਾਟਾਬੇਸ ਆਪਾਂ ਡਿਜ਼ਾਈਨ ਬਹੁਤ ਈਜ਼ੀਲੀ ਕਰ ਸਕਦੇ ਹਾਂ, ਬਟ ਉਹਦੇ ਅੰਦਰ ਕੁਛ ਪ੍ਰੋਬਲਮਸ ਇੱਦਾਂ ਦੀਆਂ ਆਉਂਦੀਆਂ ਕਿ ਕੁਛ ਕਲੈਸ਼ਿਸ ਹੋ ਜਾਂਦੇ ਆ, ਤਾਂ ਉਹਨਾਂ ਦਾ ਧਿਆਨ ਰੱਖਣਾ ਬਹੁਤ ਇੰਪੋਰਟੈਂਟ ਹੈ। ਦੋਜ਼ ਆਰ ਆਲ ਇੰਟੈਗ੍ਰਿਟੀ ਕੰਸਟ੍ਰੇਂਟਸ ਐਂਡ ਇਹਨਾਂ ਨੂੰ ਕਰਨਾ। ਫਿਰ ਦੈਨ ਵੀ ਕਮ ਟੂ ਨੋ SQL ਡੇਟਾਬੇਸ। ਤਾਂ ਇਹਦੇ ਅੰਦਰ ਸਟਰਕਚਰਡ ਡੇਟਾ ਮਾਡਲਸ ਬਣਾਉਣੇ ਹੈ ਨਾ, ਇਹ ਸਾਰੀਆਂ ਚੀਜ਼ਾਂ ਆ ਰਹੀਆਂ। ਇਹਦਾ ਦੇਖੋ ਪ੍ਰੀ ਰਿਕੁਇਜ਼ਿਟ ਲਿਖਿਆ ਹੋਇਆ DSGN 8300, ਯਾਨੀ ਕਿ ਤੁਹਾਨੂੰ ਡੇਟਾਬੇਸ ਡਿਜ਼ਾਈਨ ਜਿਹੜਾ ਕਿ ਪਹਿਲੇ ਲੈਵਲ ਦੇ ਵਿੱਚ ਕੀਤਾ ਸੀ, ਇਹ ਵਾਲਾ ਸਬਜੈਕਟ, ਇਹਦੇ ਬਾਰੇ ਅੱਛੀ ਨੌਲੇਜ ਹੋਣੀ ਚਾਹੀਦੀ ਹੈ। ਦੈਨ ਯੂ ਵਿਲ ਬੀ ਏਬਲ ਟੂ ਲਰਨ ਦਿਸ ਵਨ। ਠੀਕ ਹੈ ਜੀ, ਹਾਰਡ ਐਂਡ ਫਾਸਟ ਕੁਛ ਨਹੀਂ ਹੈ। ਤੁਸੀਂ ਸਿੱਖ ਰਹੇ ਹੋ, ਮੰਨ ਲਓ ਤੁਸੀਂ ਉਹ ਵਾਲਾ ਅੱਛਾ ਨਹੀਂ ਕੀਤਾ, ਇੱਥੇ ਕਰ ਰਹੇ ਹੋ, ਦੈਨ ਯੂ ਕੈਨ ਕਮ ਬੈਕ ਟੂ ਦੈਟ ਸਬਜੈਕਟ। ਅਤੇ ਤੁਸੀਂ ਉਹਦੇ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਮੈਂ ਕੀ ਕੀਤਾ ਸੀਗਾ।
ठीक है। सो नॉट लाइक दैट, बट ट्राई टू डू टू द फुलैਸट। सब तो वधिया करोगे तो अगे अगे तुहाडे लई ईजी हो जाऊगा, अगले सबजैक्टां 'च पकाई घट होऊगी। दैन वी कम टू द नैक्सट प्रोग्राम दैट इज़ एडवांस्ड रिस्पॉन्सिव साइट डिज़ाइन। ये पहले वाले ਜਿਹੜੇ ਸਮੈਸਟਰ ਸੀ ਉਹਨਾਂ ਦਾ ਹੀ ਇੰਪਰੂਵਡ ਵਰਜ਼ਨ ਆ ਰਿਹਾ, ਠੀਕ ਹੈ ਜੀ। ਉਹਨਾਂ ਦੇ ਅੰਦਰ ਹੋਰ ਚੀਜ਼ਾਂ ਐਡ ਕੀਤੀਆਂ ਜਾਂਦੀਆਂ, ਜਿਵੇਂ ਕਿ ਮਲਟੀਮੀਡੀਆ ਇੰਟਰੈਕਟੀਵਿਟੀ। ਪਹਿਲਾਂ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਕੀਤਾ ਰਿਸਪੌਂਸਿਵ ਡਿਜ਼ਾਈਨ ਦੇ ਵਿੱਚ ਤੁਸੀਂ ਫਾਰਮਸ, ਐਂਟਰੀਜ਼, ਟੈਕਸਟ ਕੀਤਾ, ਫਿਰ ਉਸ ਤੋਂ ਬਾਅਦ ਹੁਣ ਮਲਟੀਮੀਡੀਆ ਦੇ ਆ ਗਿਆ। ਅਗਰ ਤੁਸੀਂ ਵੀਡੀਓ ਕਲਿੱਪ ਪਲੇ ਕਰਨੀ ਹੈ, ਤੁਸੀਂ ਆਡੀਓ ਕਲਿੱਪ ਪਲੇ ਕਰਨੀ ਹੈ, ਰਿਕਾਰਡਿੰਗ ਕਰਕੇ ਸਬਮਿਟ ਕਰਨੀ ਹੈ, ਸੋ ਦੈਨ ਯੂ ਵਿਲ ਲਰਨ ਆਲ ਦਿਸ ਥਿੰਗਸ ਓਵਰ ਹੇਅਰ, ਹੈ ਨਾ। CSS ਵੀ ਥੋੜ੍ਹੀ ਜਿਹੀ ਡਾਇਨਾਮਿਕ ਹੋ ਜੂਗੀ, ਥੋੜ੍ਹੀ ਜਿਹੀ ਡੇਟਾ ਡਰਿਵਨ ਹੋ ਜਾਣੀ ਹੈ। ਐਂਡ ਫਰਦਰ ਵਿਲ ਮੂਵ ਟੂ ਫੁੱਲ ਸਟੈਕ ਪ੍ਰੋਗਰਾਮਿੰਗ। ਸੋ ਫੁੱਲ ਸਟੈਕ ਦਾ ਮਤਲਬ ਹੁੰਦਾ ਜਿਹੜੇ ਬੰਦੇ ਨੂੰ ਫਰੰਟ ਐਂਡ ਅਤੇ ਬੈਕ ਐਂਡ ਦੋਨੋਂ ਆਉਂਦੇ ਆ। So this course will provide students with the hands-on experience with the server-side programming language। server side होगी ਜਿਹੜੀ बैक end ਤੇ ਚੱਲੇਗੀ, and client side ਹੁੰਦੀ ਹੈ ਜਿਹੜੀ front end ਤੇ ਚੱਲੇਗੀ, ਜਿਵੇਂ JavaScript। so it's a client side। so we'll move to this। ਅੱਛਾ, ਪਾਸਵਰਡ ਹੈਸ਼ਿੰਗ, ਪਾਸਵਰਡ ਦੇ ਡੇਟਾ ਵੈਲੀਡੇਸ਼ਨਸ। ਤੁਸੀਂ ਕੁਝ ਐਂਟਰੀ ਕਰਦੇ ਹੋ, ਤੁਸੀਂ ਜਨਰਲੀ ਇੱਕ ਫਾਰਮ ਦੇਖਦੇ ਹੋ, ਉਹਦੇ ਵਿੱਚ ਲਿਖਿਆ ਹੁੰਦਾ ਐਂਟਰ ਯੋਰ ਪਾਸਵਰਡ, ਹੈ ਨਾ। ਤੁਸੀਂ ਨਵੀਂ ID ਬਣਾ ਰਹੇ ਹੋ, ਐਂਟਰ ਯੋਰ ਪਾਸਵਰਡ। ਉਸ ਤੋਂ ਬਾਅਦ ਕਹਿੰਦਾ ਕਨਫਰਮ ਪਾਸਵਰਡ। 2 ਵਾਰ ਕਿਉਂ ਐਂਟਰ ਕਰਵਾਉਂਦੇ? ਚੈੱਕ ਕਰਨਾ ਹੁੰਦਾ ਕਿ ਤੁਸੀਂ ਪਹਿਲੀ ਵਾਰ ਜੋ ਐਂਟਰ ਕੀਤਾ ਉਹੀ ਦੁਬਾਰਾ ਵਾਰ ਕਰ ਰਹੇ ਹੋ ਨਾ। ਲਾਈਕ ਕਿਤੇ ਇੱਦਾਂ ਦਾ ਨਹੀਂ ਪਹਿਲੀ ਵਾਰ ਤੁਸੀਂ ਕੀਤਾ ਉਹ 'ਚ ਕੁਝ ਗਲਤੀ ਹੋ ਗਈ, ਤੁਸੀਂ ਮੰਨ ਲਓ ਪਾਸਵਰਡ ਰੱਖਤਾ, ਲੇਟਰ ਔਨ ਤੁਸੀਂ ਜਦੋਂ ਲਾਓ ਤਾਂ ਲਾਣਾ ਤੁਸੀਂ ਕੁਝ ਹੋਰ ਹੋਵੇ, ਅਤੇ ਤੁਸੀਂ ਸੋਚਿਆ ਸੀ ਮੈਂ ਤਾਂ ਉਦੋਂ ਉਹ ਲਾਇਆ ਸੀ, ਐਂਡ ਉਹ ਕਲੈਸ਼ ਹੋ ਜੇ, ਹੈ ਨਾ, ਮੈਚ ਹੋ ਜੇ, ਤਾਂ ਤੁਹਾਡੀ ID ਬੇਕਾਰ ਹੋ ਜਾਣੀ ਹੈ। ਸੋ ਦਿਸ ਇਜ਼ ਦ ਰੀਜ਼ਨ। ਇਹਦੇ ਵਿੱਚ 2 ਚੀਜ਼ਾਂ 2 ਵਾਰ ਪਾਸਵਰਡ ਯੂਜ਼ ਹੁੰਦਾ। ਸੋ ਦੈਟ ਇਜ਼ ਅ ਕਾਈਂਡ ਆਫ ਅ ਡੇਟਾ ਵੈਲੀਡੇਸ਼ਨ। ਵੀ ਹੈਵ ਅਨਦਰ ਟਾਈਪ ਆਫ ਡੇਟਾ ਵੈਲੀਡੇਸ਼ਨ, ਜਿਵੇਂ ਕਿ ਈਮੇਲ ID ਐਂਟਰ ਕਰਨੀ ਹੈ, ਤਾਂ ਈਮੇਲ ID ਦੇ ਅੰਦਰ ਆਪਾਂ ਨੂੰ ਪਤਾ ਕਿ ਐਟ ਦਾ ਸਾਈਨ ਇਜ਼ ਵੈਰੀ ਕੰਪਲਸਰੀ, ਐਂਡ ਪਿਛਲੇ ਸਾਈਡ 'ਤੇ ਡੋਮੇਨ ਨੇਮ ਹੋਣਾ ਚਾਹੀਦਾ, ਜਿਵੇਂ ਕਿ ਲਾਈਕ gmail.com। ਤਾਂ ਇਹ ਵਰਡਸ ਹੋਣੇ ਚਾਹੀਦੇ, ਐਟ ਦਾ ਸਾਈਨ ਅਤੇ ਡੋਟ ਸਾਈਨ ਇੰਪੋਰਟੈਂਟ ਆਉਣਾ ਚਾਹੀਦਾ। ਸੋ ਦਿਸ ਇਜ਼ ਅ ਕਾਈਂਡ ਆਫ ਅ ਵੈਲੀਡੇਸ਼ਨ। ਲਾਈਕ ਉੱਥੇ ਤੁਸੀਂ ਨੰਬਰਸ ਨਹੀਂ ਐਡ ਕਰ ਸਕਦੇ, ਈਮੇਲ ਦੀ ਜਗ੍ਹਾ ਤੁਸੀਂ 1 2 3 ਲਿਖ ਦੋਗੇ, ਐਰਰ ਦੇ ਦੂਗਾ, ਕਹੂਗਾ ਰਾਈਟ ਦਾ ਈਮੇਲ ID। ਤਾਂ ਇਹ ਸਾਰੀਆਂ ਚੀਜ਼ਾਂ ਆ ਗਈਆਂ, ਹੈ ਨਾ। ਤਾਂ ਤੁਸੀਂ ਇੱਥੇ ਕੀ ਲਰਨ ਕਰੋਗੇ, ਇੱਕ ਕਲਾਊਡ ਪਲੈਟਫਾਰਮ ਤੁਹਾਨੂੰ ਦਿੱਤਾ ਜਾਏਗਾ ਕਾਲਜ ਵੱਲੋਂ, ਉਸ ਕਲਾਊਡ ਪਲੈਟਫਾਰਮ ਦੇ ਉੱਤੇ ਤੁਸੀਂ ਪਰਫਾਰਮ ਕਰੋਗੇ ਵੈਬਸਾਈਟ ਦੀ ਹੋਸਟਿੰਗ। ਸੋ ਇਟ ਇਜ਼ ਅ ਕਾਈਂਡ ਆਫ ਰੀਅਲ ਲਰਨਿੰਗ। ਤਾਂ ਇਹ ਹੋ ਜਾਏ ਨਾ ਫੁੱਲ ਸਟੈਕ ਪ੍ਰੋਗਰਾਮਿੰਗ। So program, your course code was PROG 8670। Then we come to the advanced JavaScript programming। ਇਹ improved version ਹੈ ਦਾ JavaScript programming PROG 8660 ਦਾ। So that is the reason ਇੱਥੇ ਲਿਖਿਆ ਵੀ ਹੋਇਆ prerequisite 8660 ਹੈ, ਤੁਹਾਨੂੰ 56 hours and it will give you 4 credits। Now what you're gonna learn over here is document object model। So this is DOM ਦੇ ਉੱਤੇ ਕੰਮ ਤੁਹਾਨੂੰ ਕਰਵਾਏਗਾ। It is the advanced version of JavaScript programming। Then we learn also about few concepts of Ajax, JSON, Node, Web APIs। ਇਹ ਸਾਰੀਆਂ ਚੀਜ਼ਾਂ ਆ ਗਈਆਂ। Then we have ECMA script also। ਇਹਨਾਂ ਚੀਜ਼ਾਂ ਨੂੰ ਵੀ ਤੁਸੀਂ ਸਮਝ ਜਾਓਗੇ ਡਿਟੇਲ ਦੇ ਅੰਦਰ, ਕਿੱਦਾਂ ਬਣਾਉਣਾ, ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਕਨਸੈਪਟ ਕਿੱਦਾਂ ਯੂਜ਼ ਕਰਨੇ ਆ JavaScript ਦੇ ਅੰਦਰ, ਉਹ ਸਾਰੀਆਂ ਚੀਜ਼ਾਂ ਸਮਝਾਉਣਗੇ। Then we have mobile application development। So once you are aware of website development over a computer or a desktop, you need to have some language or some kind of understanding also for the mobile application development। MAD ਕਹਿੰਦੇ ਆ ਸਬਜੈਕਟ ਨੂੰ, MAD ਹੀ ਹੁੰਦਾ, ਬਿਕੋਜ਼ ਐਂਡਰੋਇਡ ਦੇ ਅੰਦਰ ਤੁਹਾਨੂੰ ਸਿਖਾਇਆ ਜਾਏਗਾ। ਤਾਂ ਐਂਡਰੋਇਡ ਇਜ਼ ਕੁਆਇਟ ਟ੍ਰਿਕੀ। ਅਗਰ ਤੁਸੀਂ iOS ਲਰਨਰਸ ਹੋ ਦੈਨ ਯੂ ਵਿਲ ਕਮ ਟੂ ਨੋ ਦ ਡਿਫਰੈਂਸ। ਚਲੋ ਐਨੀ ਹਾਊ, ਬੱਚੇ ਇਹਦੇ ਵਿੱਚ ਕੀ ਸਿੱਖਦੇ ਨੇ, ਕੀ ਸਿੱਖਣਗੇ? ਦੇ ਵਿਲ ਲਰਨ how to make use of Java and to make Android applications। ਤਾਂ Android ਵੱਲ ਮੋਬਾਈਲ ਐਪਲੀਕੇਸ਼ਨ ਡਿਵੈਲਪਮੈਂਟ ਵੱਲ ਇਹ ਪਹਿਲਾ ਸਟੈਪ ਹੈ। ਇੱਥੇ ਤੁਸੀਂ ਸਟਰਕਚਰ ਸਿੱਖੋਗੇ, ਡਿਵੈਲਪਮੈਂਟ ਸਿੱਖੋਗੇ, ਕੀ ਚੀਜ਼ ਹੈ, ਕਿਹੜੇ ਸਕਿੱਲਸ ਹੈ, ਕਿਹੜੀਆਂ ਚੀਜ਼ਾਂ, ਪ੍ਰੋਬਲਮ ਸੋਲਵਿੰਗ, ਸਾਰੀਆਂ ਜਿਹੜੀਆਂ ਪਹਿਲਾਂ ਵਾਲੀਆਂ ਚੀਜ਼ਾਂ ਕੀਤੀਆਂ ਹੋਈਆਂ, ਸਾਰੇ ਸਬਜੈਕਟਸ ਦੀ ਥੋੜ੍ਹੀ ਥੋੜ੍ਹੀ ਇੰਪਲੀਮੈਂਟੇਸ਼ਨ ਹੈ। ਸੋ ਆਫਟਰ ਦਿਸ ਯੂ ਮੂਵ ਟੂ ਲੈਵਲ 3। So then you come across to mobile application development but at an advanced level। ਤੁਸੀਂ ਹੁਣ ਇੱਥੇ SDK ਅਲੱਗ-ਅਲੱਗ ਤਰ੍ਹਾਂ ਦੇ ਯੂਜ਼ ਕਰ ਰਹੇ ਹੋ। SDK ਸਟੈਂਡਸ ਫॉर ਸੌਫਟਵੇਅਰ ਡਿਵੈਲਪਮੈਂਟ ਕਿਟ। ਤਾਂ ਤੁਸੀਂ SDK ਯੂਜ਼ ਕਰ ਰਹੇ ਹੋ ਸਮਾਰਟ ਵਾਚ ਦਾ। ਇਟਸ ਨਾਟ ਓਨਲੀ ਅਬਾਊਟ ਮੇਕਿੰਗ ਐਪਲੀਕੇਸ਼ਨਸ ਫॉर ਮੋਬਾਈਲ ਫੋਨ। ਅੱਜ ਕੱਲ੍ਹ ਫੋਨ ਵਾਲਾ ਕੰਮ ਤਾਂ ਹੈ ਹੀ ਹੈ, ਪਰ ਨਾਲ ਜਿਵੇਂ ਹੁਣ ਸਮਾਰਟ ਵਾਚ ਆ ਗਿਆ, ਸੋ ਤੁਸੀਂ ਸਮਾਰਟ ਵਾਚ ਦੀਆਂ ਐਪਲੀਕੇਸ਼ਨਸ ਵੀ ਬਣਾ ਸਕਦੇ ਹੋ, ਫੋਨ ਦੀਆਂ, ਟੈਬਲੇਟ ਦੀਆਂ, ਹੈ ਨਾ। ਤਾਂ ਐਂਡਰੋਇਡ SDK ਵੀ ਯੂਜ਼ ਕਰ ਸਕਦੇ ਹੋ ਇਹਦੇ ਵਿੱਚ। ਦੈਨ ਯੂ ਹੈਵ ਲੋਟ ਆਫ ਥਿੰਗਸ। APIs ਬਣਾ ਸਕਦੇ ਹੋ, ਲਾਈਕ ਇਹ ਤੁਹਾਨੂੰ ਵਿਜਿਟਸ ਕ੍ਰੀਏਟ ਕਰਨੀਆਂ ਸਿਖਾਉਣਗੇ, ਤੁਹਾਨੂੰ ਕਸਟਮਾਈਜ਼ਡ ਵਿਊ ਕ੍ਰੀਏਟ ਕਰਨੇ ਸਿਖਾਉਣਗੇ। ਦੈਨ ਅਫਕੋਰਸ ਹਰੇਕ ਇੱਦਾਂ ਦੇ ਪ੍ਰੋਗਰਾਮ ਦੇ ਨਾਲ, ਹੈ ਨਾ, ਉਹਦੇ ਵਿੱਚ ਟੈਸਟਿੰਗ, ਡੀਬਗਿੰਗ, ਕੋਡਿੰਗ, ਇਹ ਚੀਜ਼ਾਂ ਤਾਂ ਹੈਗੀਆਂ ਹੀ ਹੈਗੀਆਂ। ਸੋ
ऑल टुगेदर इट इज़ अगेन फॉर 56 आवर्स एंड क्रेडिट्स आ 4 प्रो PROG 8690 यानी कि पहला ही किता होना चाहिए प्लस अच्छी नॉलेज होनी चाहिए है। सो बेसिक्स अच्छी तरह पढ़ोगे तो ही एडवांस वाले ਤੁਹਾਨੂੰ ਵਧੀਆ समझ आएंगे। then we come across programming with .NET। .NET ਦਾ ਕਨਸੈਪਟ ਇੱਥੇ ਤੁਹਾਡੇ ਕੋਲ ਆ ਜਾਏਗਾ why .NET comes every time into any Canadian course। ਕਿਤੇ ਵੀ ਕੈਨੇਡਾ ਦਾ ਕੋਈ ਕੋਰਸ ਕਰੋਗੇ ਕੋਈ ਪ੍ਰੋਗਰਾਮ ਕਰੋਗੇ ਤਾਂ .NET ਦਾ ਜ਼ਰੂਰ ਜ਼ਿਕਰ ਹੋਏਗਾ ਇਨ ਟੈਕਨੀਕਲ। ਰੀਜ਼ਨ ਇਹ ਹੈ ਕਿਉਂਕਿ ਕੈਨੇਡਾ ਰਿਲਾਈਜ਼ ਹਾਈਲੀ ਔਨ ਮਾਈਕਰੋਸੋਫਟ ਪ੍ਰੋਡਕਟਸ ਤਾਂ ਉਹਨਾਂ ਦੇ ਵਿੱਚ ਯੂਜ਼ ਕਰਦੇ ਹੀ ਕਰਦੇ ਆ। ਸੋ ਵਿਲ ਕਮ ਅਕ੍ਰੋਸ ਲਾਈਕ ਜਦੋਂ ਤੁਹਾਡੇ ਕੋਲ .NET ਦੀ ਗੱਲ ਹੋ ਰਹੀ ਹੈ ਤਾਂ C# ਤੁਹਾਨੂੰ ਸਿੱਖਣੀ ਪੈਂਦੀ ਹੈ, ਬੇਸਿਕ ਸਿੱਖਣੇ ਪੈਂਦੇ ਆ। ਸਾਰੇ ਕੁਝ ਸੇਮ ਹੁੰਦਾ, ਕੋਈ ਖਾਸ ਨਹੀਂ। ਗ੍ਰਾਫਿਕਲ ਯੂਜ਼ਰ ਇੰਟਰਫੇਸ ਦੀ ਐਪਲੀਕੇਸ਼ਨ ਡਿਵੈਲਪਮੈਂਟ ਹੋ ਗਈ। .NET ਦੇ ਡੇਟਾ ਸਟਰਕਚਰਸ ਬਾਰੇ ਸਿਖਾਉਣਗੇ, ਪ੍ਰੋਗਰਾਮਿੰਗ ਸਿਖਾਉਣਗੇ, ਲਿੰਕ ਸਿਖਾਉਣਗੇ, ਮਲਟੀ ਥਰੈਡਿੰਗ ਦੱਸਣਗੇ ਕਿਵੇਂ ਹੋਊਗਾ, ਡੇਟਾ ਬਾਈਂਡਿੰਗ ਕਿਵੇਂ ਹੋ ਰਹੀ ਹੈ ਐਂਡ ADO.NET ਹੈ ਨਾ, ਐਕਟਿਵ ਡੇਟਾ ਆਬਜੈਕਟ .NET, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਰਾਉਣਗੇ। ਸੋ ਨਥਿੰਗ ਨਿਊ ਬਟ .NET ਪ੍ਰੋਗਰਾਮਿੰਗ ਦਾ ਬੇਸਿਕ ਸ਼ੁਰੂ ਹੋ ਗਿਆ ਇੱਥੇ। then we come across PHP programming with MySQL। the best combination है PHP the MySQL ਨਾਲ। so PHP is the front end and MySQL is at the back end। ਤਾਂ ਇਹਦੇ ਬਾਰੇ ਤੁਹਾਨੂੰ ਦੱਸਿਆ ਜਾਏਗਾ ਵੈਬ ਕੰਟੈਂਟ ਕਿਵੇਂ ਬਣਾਉਣਾ ਹੈ, ਕਿੱਦਾਂ ਤੁਸੀਂ ਐਪਲੀਕੇਸ਼ਨਸ ਡਿਜ਼ਾਈਨ ਕਰੋਗੇ, ਡੇਟਾਬੇਸ ਐਡਮਿਨਿਸਟ੍ਰੇਸ਼ਨ ਕਿੱਦਾਂ ਕਰਨੀ ਹੈ ਐਂਡ HTML ਦੇ ਫਾਰਮਸ ਕਿੱਦਾਂ ਬਣਾਉਣੇ ਹੈ। then ਵੀ PHP AJAX, PHP JSON, PHP XML, ਇਹ ਸਾਰੀਆਂ ਚੀਜ਼ਾਂ ਇੰਟੈਗਰੇਟ ਹੋ ਰਹੀਆਂ ਜਿਹੜੇ ਤੁਸੀਂ ਪਹਿਲਾਂ ਕਨਸੈਪਟ ਪੜ੍ਹੇ ਹੈ ਉਹਨਾਂ ਦੇ ਨਾਲ। ਸੋ ਨੈਕਸਟ ਇਜ਼ ਐਡਵਾਂਸਡ ਫੁੱਲ ਸਟੈਕ ਪ੍ਰੋਗਰਾਮਿੰਗ। ਇਹਦੇ ਅੰਦਰ ਤੁਹਾਡੇ ਕੋਲ ਫੁੱਲ ਸਟੈਕ ਪ੍ਰੋਗਰਾਮਿੰਗ ਹੋ ਰਹੀ ਹੈ। ਅਗੇਨ ਯੂ ਵਿਲ ਮੇਕ ਯੂਜ਼ ਆਫ MERN ਬੇਸਡ ਵੈਬ ਡਿਵੈਲਪਮੈਂਟ, ਠੀਕ ਹੈ ਜੀ। ਅਤੇ ਜਿਹੜੀ ਕਿ ਅੱਜ ਕੱਲ੍ਹ ਦੀ ਜ਼ਰੂਰਤ ਹੈ ਇਸ ਬੇਸਡ ਹੋਣਾ ਚਾਹੀਦਾ ਐਂਡ ਸਰਵਰ ਸਾਈਡ ਟੈਕਨੋਲੋਜੀਜ਼ ਲਾਈਕ ਨੋਡ, ਰਿਐਕਟ, ਐਕਸਪ੍ਰੈਸ, MongoDB ਬੈਕਐਂਡ 'ਤੇ ਆ ਗਿਆ। ਇਹ ਚੀਜ਼ਾਂ ਦੀ ਇੰਪਲੀਮੈਂਟੇਸ਼ਨ ਜਨਰਲੀ ਮੋਬਾਈਲ ਐਪਲੀਕੇਸ਼ਨਸ ਦੇ ਵਿੱਚ ਵੀ ਹੈ ਬਟ you can implement it into your websites also। react node ਤੇ ਜਿਨ੍ਹਾਂ ਨੂੰ ਪਤਾ ਹੈ ਕਈ ਲੋਕ ਸਪੈਸ਼ਲਾਈਜੇਸ਼ਨ ਹੀ ਕਰ ਲੈਂਦੇ ਇਹਦੇ ਅੰਦਰ, ਬਹੁਤ ਜ਼ਿਆਦਾ ਕੰਮ ਹੈ। you have some package good packages like ਕੈਨੇਡਾ ਦੇ ਅੰਦਰ ਤੁਹਾਨੂੰ ਈਅਰਲੀ ਪੈਕੇਜ 60,000 CAD ਤੋਂ ਲੈ ਕੇ 90,000 CAD ਤੱਕ ਮਿਲ ਸਕਦਾ। ਇਹਦੇ ਵਿੱਚ ਬਹੁਤ ਅੱਛਾ ਸਕੋਪ ਹੈ ਅਗਰ ਤੁਸੀਂ ਸਪੈਸ਼ਲਾਈਜ਼ ਕਰ ਲੈਂਦੇ ਹੋ। then we come across web traffic and search engine optimization। ਤਾਂ SEO ਤੁਸੀਂ ਬਹੁਤ commonly ਸੁਣਿਆ ਹੋਣਾ। now what is SEO? search engine optimization। it is generally to bring the websites or applications into the limelight ਹੈ ਨਾ। ਟ੍ਰੈਂਡਿੰਗ ਕਿੱਦਾਂ ਕਰਨੇ ਇਹ ਸਾਰੇ, ਇਹਨਾਂ ਦੀ ਰੈਂਕਿੰਗ ਕਿੱਦਾਂ ਇੰਪਰੂਵ ਕਰਨੀ ਹੈ, ਨੰਬਰ ਆਫ ਯੂਜ਼ਰਸ ਕਿੱਦਾਂ ਵਧਾਉਣੇ ਆ, ਜੇ ਯੂਜ਼ਰਸ ਆ ਰਹੇ ਉਹਨਾਂ ਨੂੰ ਕਿੱਦਾਂ ਇੰਗੇਜ ਕਰਨਾ, ਕਿੱਦਾਂ ਉਹਨਾਂ ਨੂੰ ਰੱਖਣਾ ਕਿ ਵੈਬਸਾਈਟ ਦੇ ਉੱਤੇ ਮੈਕਸੀਮਮ ਟਾਈਮ ਡਿਵੋਟ ਕਰਨ, ਉਹਨਾਂ ਨੂੰ ਕੰਟੈਂਟ ਕਿੱਦਾਂ ਅਵੇਲ ਕਰਵਾਉਣਾ, ਕਿੱਦਾਂ ਬੈਕਲਿੰਕਸ ਪ੍ਰੋਵਾਈਡ ਕਰਨੇ ਆ, ਇਹ ਸਾਰੀ ਚੀਜ਼ਾਂ ਮਾਰਕੀਟਿੰਗ ਹੈ। ਇਟ ਇਜ਼ ਅ ਕਾइंड ऑफ ਮਾਰਕੀਟਿੰਗ ਕਿ ਆਪਣੀ ਜੋ ਵੈਬਸਾਈਟ ਅੱਜ ਬਣਾਈ ਹੈ ਜਾਂ ਐਪਲੀਕੇਸ਼ਨ ਉਹਨੂੰ ਕਿੱਦਾਂ ਵੇਚਣਾ ਨਹੀਂ ਐਗਜ਼ੈਕਟਲੀ, ਯੂ ਹੈਵ ਟੂ ਪ੍ਰੈਜ਼ੈਂਟ ਇਟ ਟੂ ਪੀਪਲ ਦੈਟ ਇਟ ਇਜ਼ ਵੈਰੀ ਯੂਜ਼ਫੁਲ ਤਾਂ ਕਿ ਉਹ ਸਾਰਾ ਕਰ ਸਕਣ। ਦੈਨ ਵੀ ਕਮ ਅਕ੍ਰੋਸ ਕਰੀਅਰ ਮੈਨੇਜਮੈਂਟ। ਸੋ ਕਰੀਅਰ ਮੈਨੇਜਮੈਂਟ ਦੇ ਅੰਦਰ ਤੁਹਾਨੂੰ ਕੀ ਮਿਲੇਗਾ? ਦਿਸ ਇਜ਼ ਸਕਿੱਲਸ, ਐਟੀਟਿਊਡਸ, ਕਿੱਦਾਂ ਤੁਸੀਂ ਕਰਨਾ ਹੈ ਨਾ। ਜੋ ਤੁਸੀਂ ਕਰੀਅਰ ਚੂਜ਼ ਕੀਤਾ ਉਹਦੀਆਂ ਐਕਸਪੈਕਟੇਸ਼ਨਸ ਕੀ ਹੋਣੀਆਂ ਚਾਹੀਦੀਆਂ, ਤੁਹਾਨੂੰ ਕਿੱਦਾਂ ਦੀਆਂ ਮੌਕ ਇੰਟਰਵਿਊਜ਼ ਦੇ ਬਾਰੇ ਸਿਖਾਉਣਗੇ, ਲਾਈਕ ਹਾਊ ਟੂ ਕੰਡਕਟ ਮੌਕ ਇੰਟਰਵਿਊਜ਼, ਕਿੱਦਾਂ ਪਲੇਸਮੈਂਟਸ ਦੇ ਅੰਦਰ ਤੁਸੀਂ ਪਾਰਟੀਸਪੇਟ ਕਰਨਾ ਹੈ, ਕਿੱਦਾਂ ਲਰਨ ਕਰਨਾ ਹੈ, ਇਹ ਸਾਰੀਆਂ ਚੀਜ਼ਾਂ। ਵੀ ਹੈਵ ਲਾਈਕ ਇਟ ਇਜ਼ ਫॉर 28 ਆਵਰਸ, 2 ਕ੍ਰੈਡਿਟਸ ਹੈ ਐਂਡ ਯੂ ਲਰਨ ਅਬਾਊਟ ਇਟ। ਬੇਸਿਕ ਹੈ ਨਾ, ਪ੍ਰੈਕਟਿਸ ਕਿੱਦਾਂ ਕਰਨੀ ਹੈ, ਫੀਡਬੈਕਸ ਕਿੱਦਾਂ ਲੈਣੇ, ਆਲ ਦਿਸ ਥਿੰਗਸ। ਸੋ ਸਮਥਿੰਗ ਮੋਰ ਰਿਲੇਟਿਡ ਟੂ ਮੈਨੇਜਮੈਂਟ ਸਬਜੈਕਟਸ। ਸੋ ਦੈਨ ਵੀ ਹੈਵ ਮੈਨੇਜਮੈਂਟ ਐਂਡ ਲੀਡਰਸ਼ਿਪ ਐਸੈਂਸ਼ੀਅਲਸ। ਲੀਡਰਸ਼ਿਪ ਐਸੈਂਸ਼ੀਅਲ ਦੇ ਅੰਦਰ ਕੀ ਹੈ? ਪ੍ਰੋਫੈਸ਼ਨਲਿਜ਼ਮ, ਵੈਰੀ ਇੰਪੋਰਟੈਂਟ। ਪ੍ਰੋਫੈਸ਼ਨਲ ਕਿੱਦਾਂ ਬਣਨਾ, ਹਾਊ ਟੂ ਅਡੈਪਟ ਇਟ, ਬਾਊਂਡਰੀਜ਼, ਸਟ੍ਰੈਟੇਜੀਜ਼, ਪਲੈਨਿੰਗ, ਡਿਸੀਜਨ ਕਿੱਦਾਂ ਲੈਣੇ ਹੈ, ਕ੍ਰਿਟੀਕਲ ਥਿੰਕਿੰਗ ਕਿੱਦਾਂ ਕਰਨੀ ਹੈ, ਕਿਹੜੇ ਕੌਨਸੈਪਟਸ ਹੈ, ਕਿਹੜੀ ਸਟ੍ਰੈਟੇਜੀਜ਼ ਯੂਜ਼ ਹੋ ਰਹੀਆਂ, ਉਹ ਕਿਹਨੇ ਬਣਾਈਆਂ, ਕਿੱਦਾਂ ਬਣਾਈਆਂ, ਕੀ ਇੰਪਲੀਮੈਂਟੇਸ਼ਨ ਹੈ, ਉਹਨਾਂ ਦੀ ਕੇਸ ਸਟੱਡੀਜ਼, ਇਹ ਸਾਰਾ ਕੁਛ ਆ ਜਾਣਾ ਇਹਦੇ ਅੰਦਰ। then we move to the next one, that is capstone। the capstone is a kind of a real big project। ਤੁਹਾਨੂੰ ਇੱਕ ਰੀਅਲ ਟਾਈਮ ਪ੍ਰੋਜੈਕਟ ਦੱਸ ਦੇਣਗੇ। ਸੋ ਦਿਸ ਇਜ਼ ਦ ਕਸਟਮਰ, ਉਹਦੀ ਆਹ ਰਿਕੁਆਇਰਮੈਂਟਸ ਹੈ। योर टीचर और योर इंस्ट्रक्टर विल एक्ट लाइक अ कस्टमर। ਤੁਹਾਡੇ ਨਾਲ ਮੀਟਿੰਗਸ ਕਰਨਗੇ ਤਾਂ ਮੀਟਿੰਗਸ ਵਿੱਚ ਦੱਸਣਗੇ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ, ਇੱਦਾਂ ਨਹੀਂ ਚਾਹੀਦੀ, ਮੈਨੂੰ ਆਹ ਚੇਂਜ ਚਾਹੀਦੀ ਹੈ। ਐਂਡ ਯੂ ਹੈਵ ਟੂ ਡਿਜ਼ਾਈਨ ਦ ਵੈਬ project for that person।
ਤਾਂ ਜਿਵੇਂ ਜਿਵੇਂ ਉਹਨੇ ਜੋ ਜੋ ਮੰਗਿਆ ਉਹ ਚੀਜ਼ਾਂ ਜੋ ਪਹਿਲਾਂ ਤੁਸੀਂ ਸਾਰੇ ਸਬਜੈਕਟਸ 'ਚ ਲਰਨ ਕੀਤੀਆਂ ਉਹਨਾਂ ਨੂੰ ਇੰਪਲੀਮੈਂਟੇਟ ਕਰਕੇ ਉੱਦਾਂ ਹੀ ਐਕਸਪਲੇਨ ਕਰਕੇ ਉੱਦਾਂ ਬਣਾ ਕੇ ਚਲਾ ਕੇ ਦਿਖਾਉਣਾ ਉਹਨੂੰ ਐਂਡ ਉਹਦੇ ਰਿਲੇਟਿਡ ਜੋ ਵੀ ਰਿਪੋਰਟਸ ਹੈ ਜੋ ਵੀ ਡਾਕੂਮੈਂਟੇਸ਼ਨ ਹੈ ਉਹ ਸਬਮਿਟ ਹੋਣਗੇ ਐਜ਼ ਐਨ ਅਸਾਈਨਮੈਂਟਸ। ਇਹ ਚੀਜ਼ ਹੈ। ਨੈਕਸਟ ਇਜ਼ ਵੈਬ ਕੰਟੈਂਟ ਮੈਨੇਜਮੈਂਟ ਸਿਸਟਮ। ਤਾਂ ਜੋ ਕੰਟੈਂਟ ਤੁਹਾਡੇ ਕੋਲ ਇੰਟਰਨੈਟ ਦੇ ਉੱਤੇ ਹੈ ਲਾਈਕ ਯੋਰ ਵੈਬ ਪੇਜਸ, ਯੋਰ ਪੋਸਟਸ, ਯੋਰ ਡੇਟਾਬੇਸ, ਉਹਨੂੰ ਕਿੱਦਾਂ ਮੈਨੇਜ ਕਰਨਾ ਹੈ। ਸੋ ਦਿਸ ਇਜ਼ ਨੋਨ ਐਜ਼ CMS, ਕੰਟੈਂਟ ਮੈਨੇਜਮੈਂਟ ਸਿਸਟਮ। ਈ-ਕਮਰਸ ਵੈਬਸਾਈਟਸ ਦੇ ਅੰਦਰ ਬਹੁਤ ਅੱਛੇ ਤਰੀਕੇ ਨਾਲ ਇੰਪਲੀਮੈਂਟੇਸ਼ਨਸ ਹੁੰਦੀ ਹੈ। ਜਿਵੇਂ ਮੰਨ ਲਓ ਤੁਸੀਂ ਇੱਕ ਐਗਜ਼ਾਮਪਲ ਲਈਏ ਆਪਾਂ ਐਮਾਜ਼ੋਨ ਦੀ। ਸੋ ਐਮਾਜ਼ੋਨ ਦੀ ਵੈਬਸਾਈਟ, ਉਹਦੇ 'ਤੇ ਇਮੇਜਿਸ ਹੈ, ਵੀਡੀਓਜ਼ ਹੈ, ਯੂਜ਼ਰ ਦੇ ਵਿਊਜ਼ ਹੈ, ਯੂਜ਼ਰ ਦੇ ਕਮੈਂਟਸ ਹੈ, ਇਨਫੋਰਮੇਸ਼ਨ ਹੈ, ਪ੍ਰੋਡਕਟ ਦੀ ਇਨਫੋਰਮੇਸ਼ਨ ਹੈ, ਪ੍ਰੋਡਕਟ ਦਾ ਵੀਡੀਓ ਹੈ, ਪ੍ਰੋਡਕਟ ਦੀ ਪ੍ਰਾਈਸ ਹੈ ਐਂਡ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਹੋਗੇ ਦਿਸ ਇਜ਼ ਆਲ ਦ ਕੰਟੈਂਟ। ਔਰ ਜਿਵੇਂ ਹਰ ਇੱਕ ਪ੍ਰੋਡਕਟ ਦੇ ਇੱਕ ਪੇਜ ਬਣਿਆ ਹੋਇਆ ਹੈ ਨਾ, ਉਸ ਪੇਜ ਤੋਂ ਬਾਅਦ ਉਹਦੇ ਅੱਗੇ ਬਾਏ ਕਰਨ ਦਾ ਆਪਸ਼ਨ ਹੈ ਐਂਡ ਸੋ ਦਿਸ ਥਿੰਗ। ਇਹਨਾਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਮੈਨੇਜ ਕਰਨਾ ਹੈ। ਸੇਲਸ ਚਾਰਟਸ, ਮੈਪਸ, ਡਾਇਗਰਾਮਸ, ਵਿਜ਼ੂਅਲਾਈਜੇਸ਼ਨਸ ਤੁਸੀਂ ਕਿੱਦਾਂ ਦਿਖਾਣੀ ਹੈ। ਤਾਂ ਇਹ ਸਾਰੀਆਂ ਜਾਵਾਸਕ੍ਰਿਪਟ ਦੀਆਂ ਲਾਈਬ੍ਰੇਰੀਜ਼ ਯੂਜ਼ ਹੁੰਦੀਆਂ ਲਾਈਕ ਸਨਬਰਸਟ ਯੂਜ਼ ਹੋ ਰਹੀ ਹੈ ਜੀ, ਬਹੁਤ ਅੱਛੀ ਲਾਈਬ੍ਰੇਰੀ ਹੈ। ਯੂ ਮੇਕ ਯੂਜ਼ ਆਫ ਵਿਜ਼ੂਅਲਾਈਜੇਸ਼ਨਸ, ਕਿੱਦਾਂ ਤੁਸੀਂ ਕੰਟੈਂਟ ਨੂੰ ਸ਼ੋਅ ਕਰਨਾ। ਫੋਰ ਐਗਜ਼ਾਮਪਲ ਇੱਕ ਕੰਪਨੀ ਹੈ, ਉਹ ਕਹਿੰਦਾ ਕੰਪਨੀ ਦੇ ਅੰਦਰ CEO ਕਹਿ ਰਿਹਾ ਕਿ ਮੈਨੂੰ ਦਿਖਾਓ ਜੀ ਪ੍ਰੋਫਿਟ, ਸੇਲਸ ਵਗੈਰਾ, ਮੈਨੂੰ ਚਾਰਟ ਦੀ ਫੋਰਮ 'ਚ ਚਾਹੀਦਾ। ਸੋ ਐਟ ਦੈਟ ਟਾਈਮ ਯੂ ਵਿਲ ਮੇਕ ਯੂਜ਼ ਆਫ ਦਿਸ ਸਬਜੈਕਟ। ਅਤੇ ਇਹ ਤੁਹਾਨੂੰ ਦੱਸੇਗਾ ਕਿੱਦਾਂ ਚਾਰਟ ਵਗੈਰਾ ਲਾਈਬ੍ਰੇਰੀਜ਼ ਬਣਾ ਕੇ ਇੰਪਲੀਮੈਂਟ ਕਰਨਾ। ਸੋ ਨੈਕਸਟ ਵੀ ਮੂਵ ਟੂ ਐਡਵਾਂਸਡ ਪ੍ਰੋਗਰਾਮਿੰਗ ਆਫ .NET ਦੇ ਜਿਹੜਾ ਪਹਿਲਾਂ ਆਪਾਂ ਕੀਤਾ ਸੀਗਾ ਉਸੇ ਦਾ ਹੀ ਐਡਵਾਂਸਡ ਵਰਜ਼ਨ ਹੈ। ਪਹਿਲਾਂ ਆਪਾਂ ਕੀਤਾ ਸੀ ਪ੍ਰੋਗਰਾਮਿੰਗ .NET PROG 8710, ਉਸੇ ਦਾ ਐਡਵਾਂਸਡ ਵਰਜ਼ਨ ਹੈ 8770। ਤਾਂ ਇਹਦੇ ਅੰਦਰ ASP.NET ਇੰਟਰੋਡਿਊਸ ਹੋ ਜਾਂਦੀ ਹੈ ਐਂਡ ਵੀ ਕਮ ਅਕ੍ਰੋਸ ਦਾ MVC। ਠੀਕ ਹੈ ਜੀ, MVC ਕੌਨਸੈਪਟ ਬਹੁਤ ਇੰਪੋਰਟੈਂਟ ਹੈ, ਬਹੁਤ ਵੈਬਸਾਈਟਸ ਦੇ ਅੰਦਰ ਯੂਜ਼ ਹੋ ਰਿਹਾ। ਔਰ ਸਭ ਤੋਂ ਵਧੀਆ ਚੀਜ਼ ਇਹਦੀ ਇਹ ਹੈ ਕਿ ਜੋ ਤੁਸੀਂ ਕੰਮ ਕੀਤਾ ਉਸ ਕੰਮ ਦਾ ਜਾਂ ਜੋ ਕੋਡ ਹੈ ਉਹਨੂੰ ਇਹ ਦੁਬਾਰਾ ਰੀਯੂਜ਼ ਕਰ ਲੈਂਦਾ। ਸੋ MVC ਕੌਨਸੈਪਟ ਬਹੁਤ ਹੀ ਵਧੀਆ ਚੀਜ਼ ਹੈ। ਅਗਰ ਤੁਸੀਂ ਸਿੱਖੋਗੇ .NET ਉਹਦੇ ਅੰਦਰ ਤੁਹਾਨੂੰ ਇਹ ਨਜ਼ਰ ਆਏਗਾ। ਦਾ ਫੁੱਲ ਫਾਰਮ ਇਜ਼ ਮਾਡਲ ਵਿਊ ਕੰਟਰੋਲਰ ਐਂਡ ਬੈਨੀਫਿਟ ਕੀ ਹੈ ਕਿ ਇਹ ਸਾਰੀਆਂ ਚੀਜ਼ਾਂ ਇੰਟਰਕਨੈਕਟਿਡ ਆ। ਮਾਡਲ, ਉਹਦਾ ਵਿਊ ਅਤੇ ਉਹਦਾ ਕੰਟਰੋਲਰ ਕਨੈਕਟਿਡ ਹੈ। ਤੁਸੀਂ ਜਿਵੇਂ ਮਰਜ਼ੀ ਉਹਨੂੰ ਮੋਡੀਫਾਈ ਕਰਕੇ ਯੂਜ਼ ਕਰ ਸਕਦੇ ਹੋ। ਬਾਕੀ ਚੀਜ਼ਾਂ ਇਹਨਾਂ ਨੇ ਲਿਖੀਆਂ ਦੈਟ ਇਜ਼ ਅਗੇਨ ਰਿਲੇਟਿਡ ਟੂ ਦਾ ਆਰਕੀਟੈਕਚਰ, ਪਰ ਸਾਰਿਆਂ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਦੈਟ ਇਜ਼ MVC ਐਂਡ APIs ਦੇ ਬਾਰੇ ਤੁਹਾਨੂੰ ਪਤਾ ਲੱਗ ਜੂ, ਥੋੜ੍ਹਾ ਜਿਹਾ ਐਡਵਾਂਸਡ ਹੈ, ਮੈਂ ਜ਼ਿਆਦਾ ਨਹੀਂ ਐਕਸਪਲੇਨ ਕਰੂੰਗਾ। ਦੈਨ ਵੀ ਹੈਵ ਟਰੈਂਡਸ ਇਨ ਵੈਬ ਟੈਕਨੋਲੋਜੀ, ਕੀ ਟਰੈਂਡਸ ਚੱਲ ਰਹੇ ਹੈ, ਕਿਹੜੀਆਂ ਚੇਂਜਿਸ ਆ ਰਹੀਆਂ, ਵਰਕ ਫਲੋਜ਼ ਕਿੱਦਾਂ ਆ ਰਿਹਾ, ਬੈਸਟ ਪ੍ਰੈਕਟਿਸਿਸ ਕਿਹੜੀਆਂ ਆ ਰਹੀਆਂ ਹੈ ਨਾ, ਕਿਹੜੀਆਂ ਚੀਜ਼ਾਂ ਨੂੰ ਤੁਸੀਂ ਯੂਜ਼ ਕਰਨਾ। ਲਾਈਕ ਇਫ ਯੂ ਆਰ ਵਰਕਿੰਗ ਔਨ ਅ ਰੀਅਲ ਟਾਈਮ ਪ੍ਰੋਜੈਕਟ ਦੈਨ ਵਟ ਯੂ ਹੈਵ ਟੂ ਡੂ ਇਟ, ਹੈ ਨਾ। ਫੋਰ ਐਗਜ਼ਾਮਪਲ ਕਲਾਊਡ ਦੇ ਉੱਤੇ ਕੁਛ ਕੰਮ ਕਰਨਾ, ਯੂ ਵਾਂਟ ਟੂ ਡਿਜ਼ਾਈਨ ਅ ਵੈਬਸਾਈਟ ਐਂਡ ਯੂ ਵਾਂਟ ਟੂ ਐਗਜ਼ੀਕਿਊਟ ਐਂਡ ਰਨ ਓਵਰ ਅ ਕਲਾਊਡ। ਤਾਂ ਕਲਾਊਡ ਦੀ ਡਿਵੈਲਪਮੈਂਟ ਕਿਵੇਂ ਹੋਊਗੀ, ਕਿਹੜੇ ਟੂਲਸ ਯੂਜ਼ ਹੋਣਗੇ, ਕਿਹੜੀਆਂ ਕਲਾਊਡ ਸਰਵਿਸਿਜ਼ ਯੂਜ਼ ਕਰਨੀਆਂ, ਕਿਹੜੇ ਕਲਾਇੰਟ ਲਈ ਕਿਹੜਾ ਕਲਾਊਡ ਬੈਨੀਫੀਸ਼ੀਅਲ ਹੈ। ਦੈਨ ਵੀ ਹੈਵ ਈ-ਕਮਰਸ, ਈ-ਗਵਰਨਮੈਂਟ, ਇਹ ਸਾਰੀਆਂ ਚੀਜ਼ਾਂ ਦੇ ਫਰੇਮਵਰਕਸ ਆ ਜਾਣਗੇ। Basically you will come to know about how to use the frameworks for the particular kind of a project. So again we have 28 hours, there are 2 credits and no pre-requirements. And the last course over here is website security and quality assurance. सिक्योर होना चाहिए जी सारा काम जो बनाया है, अगर सिक्योरिटी नहीं है दैन कुछ भी नहीं है। एंड क्वालिटी एश्योरेंस, जो क्वालिटी है, जो तुसी एक क्वालिटी बेंचमार्क रीच करना है वो अवेलेबल होना चाहिए। इट शुड बी केस कि तुसी कर रहे हो जी एंड क्वालिटी नहीं है सब्जैक्ट के अंदर तुहाडे काम के अंदर। सो दैट इज़ वेरी डिफिकल्ट थिंग एंड इट इज़ टोटली नॉट एक्सैप्टेबल स्पैशली इन कैनेडा और यू कैन से इन एनी प्लेस। अगर तुहाडी कंपनी अच्छी है, अगर तुहाडा वर्क अच्छा है, डेफिनेटली अगर क्वालिटी अच्छी होएगी तो क्वालिटी एश्योरेंस दे सारा तुहानूं थ्योरीज़ करवाएंगे, कॉन्सैप्ट्स कराएंगे, 6 सिग्मा, ये वो, कोकोमो मॉडल, कॉस्ट एस्टिमेशंस, वो सारियां चीज़ां इहदे विच तुसीं लर्न करोगे। एंड दैट्स ऑल फॉर टुडे। तुसीं काफ़ी कुछ जान गए हो हुण इस दे बारे। अगर कोई क्वेरीज होणगियां या इफ यू वांट एनी वीडियो रिलेटेड टू एनी अदर काइंड ऑफ program, so please drop a comment in the comment section whenever I get chance, whenever I get free time। तो मैं ਤੁਹਾਡੇ ਕਮੈਂਟਸ ਦਾ ਵੀ ਰਿਪਲਾਈ ਕਰੂੰਗਾ, ਮੈਂ ਤੁਹਾਡੇ ਉਹਨਾਂ ਦਾ ਵੀ ਰਿਪਲਾਈ ਕਰੂੰਗਾ। ਅਗਰ ਕਿਸੇ ਨੇ ਕੁਝ ਅਰਜੈਂਟਲੀ ਪੁੱਛਣਾ ਹੈ, ਮੇਰਾ WhatsApp ਨੰਬਰ ਅਵੇਲੇਬਲ ਹੈ, that is 9463628940। ਪਲੀਜ਼ ਟੇਕ ਆਊਟ ਸਮ ਟਾਈਮ, ਡਰੋਪ ਮੀ ਅ ਮੈਸੇਜ। ਹੋ ਸਕਦਾ ਮੈਂ ਤੁਹਾਨੂੰ ਉਸੇ ਸਮੇਂ ਹੀ ਤੁਹਾਨੂੰ WhatsApp ਦੇ ਉੱਤੇ ਰਿਪਲਾਈ ਕਰਦਾ।
ਅਗਰ ਮੈਨੂੰ ਉਸ ਦੀ ਨੌਲੇਜ ਹੋਏਗੀ ਐਂਡ ਡੈਫੀਨੇਟਲੀ ਆਈ ਵਿਲ ਸਪੋਰਟ ਯੂ। ਅਗਰ ਨਹੀਂ ਨੌਲੇਜ ਹੋਏਗੀ ਮੈਂ ਤਾਂ ਵੀ ਦੱਸ ਦੂੰਗਾ ਕਿ ਇਹਦੀ ਨੌਲੇਜ ਨਹੀਂ ਹੈ ਜੀ ਮੈਨੂੰ, ਐਂਡ ਯੂ ਕੈਨ ਸਰਚ ਇਟ ਸਮਵੇਅਰ ਐਲਸ। So that's all for today. Thank you and have a nice day.